Tandoori range. Enjoy the Indian taste. ਨਿਊਜ਼ ਓਨਲੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਤਵਿੰਦਰ ਰੰਧਾਵਾ ਪੰਜਾਬ ਅਪਡੇਟ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਰੁਕ ਕਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਗੁਰਦਾਸ ਬਾਦਲ ਦੀ ਅੰਤਿਮ ਅਰਦਾਸ ਤੇ ਪਹੁੰਚਿਆ ਬਾਦਲ ਪਰਿਵਾਰ, ਮਨਪ੍ਰੀਤ ਬਾਦਲ ਹੋਏ ਭਾਵੁਕ। ਲੋਕ ਸਭਾ ਪਾਰਟੀ ਨੇ ਡੀਸੀ ਦਫ਼ਤਰ ਅੱਗੇ ਕੀਤਾ ਰੋਸ ਪ੍ਰਦਰਸ਼ਨ, ਆਪਣੇ ਖੂਨ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਲਿਖਿਆ ਮੰਗ ਪੱਤਰ। ਲੁਧਿਆਣਾ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਲਾਇਆ ਧਰਨਾ, ਡਾਕਟਰਾਂ ਦਾ ਕਹਿਣਾ ਸਰਕਾਰ ਉਹਨਾਂ ਦੀ ਜਾਨ ਅਤੇ ਪਰਿਵਾਰ ਨਾਲ ਕਰ ਰਹੀ ਹੈ ਖਿਲਵਾੜ। ਅੰਮ੍ਰਿਤਸਰ 'ਚ ਨਿੱਜੀ ਬੈਂਕ 'ਚ ਲੁਟੇਰਿਆਂ ਨੇ ਕੀਤੀ ਲੁੱਟ, ਪਿਸਟਲ ਦੀ ਨੋਕ ਤੇ 10,92,000 ਦੀ ਨਕਦੀ ਲੈ ਕੇ ਹੋਏ ਫਰਾਰ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਗੁਰਦਾਸ ਬਾਦਲ ਦਾ ਅੱਜ ਬਾਦਲ ਪਿੰਡ ਵਿੱਚ ਅੰਤਿਮ ਅਰਦਾਸ ਤੇ ਭੋਗ ਪਾਇਆ ਗਿਆ। ਪੂਰੇ ਬਾਦਲ ਪਰਿਵਾਰ ਨੇ ਅੰਤਿਮ ਅਰਦਾਸ ਤੇ ਸਮਾਗਮ ਮੌਕੇ ਸ਼ਿਰਕਤ ਕੀਤੀ, ਜਿਸ 'ਚ ਹਰਸਿਮਰਤ ਕੌਰ ਬਾਦਲ, ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਵੀ ਪਹੁੰਚੇ। ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਭਾਵੁਕ ਨਜ਼ਰ ਆਏ। कुछ दिन पहला अपने मालक ते खालक कोले चले गए। पंजाबी दे एक बड़े मशहूर सूफी शायर मियाँ मोहम्मद बख्श फरमाते ने आखे उच्चियां लम्मियां टालियां ते घड़ियां जिन्हां दियां छावां, हर शह बाजारों लभ सी ते नहीं लभदियां सरमावां। मां मरे तां पेके मुकदे, बाप मरे घर वेला, शाला वीर किसे दा ना मरे, मुक जांदा है मेला, मुक जांदा है मेला। सरदार गुरदास सिंह बादल साहब दी याद दे विच 2 दिन पहला असीं एक टाली का बूटा लाया सी, और जेडे असी जिमीदारा बिरादरी के लोग हैं, साडे विच ये गल आम है कि जो कोई बहुत बड़ा बूटा हुंदा है उहदे थल्ले कोई छोटा पौधा जिहड़ा है वो नहीं उगदा। दास जी की बहुत वड्डी छां सीगी, पर दास जी ने अपनी उस बड़ा तनावार जिहड़ा दरखत सीगा, पर दास जी ने दर्जना उन्होंने दोस्त ऐसे सी जिन्होंने उन्होंने अपनी छां दे विच वो वड्डा कीता, और परमात्मा ने उन्होंने शख्सियत दे विच एक खास पहलू रखा सी कि वो परमात्मा की जिहड़ी मखलूक है, जनता है, उहदे नाल प्यार करते सी ते नेक मशवरा दिंदे सी। मैनूं अज दुख इस गल दा है कि बहुत सारे इत्थे दास जी दे दोस्त है ਜਿਹੜੇ ਅੱਜ ਇੱਥੇ ਪਹੁੰਚ ਨਹੀਂ ਸਕੇ ਇਸ ਵਬਾ ਦੇ ਕਾਰਨ, ਇਸ ਬਿਮਾਰੀ ਦੇ ਕਾਰਨ। ਅੱਜ ਉਹ ਦਾਸ ਜੀ ਦੀ ਜਿਹੜੀ ਮੁਖਲਸੀ ਦੋਸਤੀ ਸੀ ਉਸ ਤੋਂ ਮਹਿਰੂਮ ਹੋ ਗਏ। ਕਿਸੇ ਨੇ ਅਰਸਤੂ ਨੂੰ ਪੁੱਛਿਆ, ਜਿਹਨੂੰ ਆਪਾਂ ਅੰਗਰੇਜ਼ੀ 'ਚ ਐਰਿਸਟੋਟਲ ਕਹਿ ਦਿੰਦੇ ਹਾਂ, ਕਿ ਮਰਦ ਬੁੱਢਾ ਕਦੋਂ ਹੁੰਦਾ ਹੈ? ਤਾਂ ਅਰਸਤੂ ਨੇ ਜਵਾਬ ਦਿੱਤਾ, ਜਦੋਂ ਉਹਦਾ ਬਾਪ ਚਲਾ ਜਾਵੇ। ਤੇ ਅੱਜ ਉਹ ਮਨਪ੍ਰੀਤ ਜਿਹੜਾ ਕਿ ਦੁਨੀਆ ਦਾ ਵੱਡੀ ਤੋਂ ਵੱਡੀ ਜਿਹੜੀ ਚੈਲੰਜ ਸੀ, ਉਹ ਖੁਸ਼ੀ-ਖੁਸ਼ੀ ਕਬੂਲ ਕਰ ਲੈਂਦਾ ਸੀ, ਕਿਉਂਕਿ ਉਸ ਮਨਪ੍ਰੀਤ ਨੂੰ ਪਤਾ ਸੀ ਕਿ ਮੇਰੇ ਪਿੱਛੇ ਮੇਰੀ ਮਾਂ ਦੀਆਂ ਦੁਆਵਾਂ, ਮੇਰੇ ਪਿੱਛੇ ਮੇਰੇ ਬਾਪ ਦਾ ਬੇਪਨਾਹ ਹੌਸਲਾ ਜਿਹੜਾ ਹੈ ਉਹ ਮੇਰੇ ਪਿੱਛੇ ਹੈ। ਅੱਜ ਉਹੀ ਮਨਪ੍ਰੀਤ ਅੱਜ ਤੁਹਾਡੇ ਸਾਹਮਣੇ ਖੜਾ ਹੈ, ਔਰ ਆਪਣੇ ਆਪ ਨੂੰ ਕਮਜ਼ੋਰ ਤੇ ਬੁੱਢਾ ਮਹਿਸੂਸ ਕਰ ਰਿਹਾ। ਪੰਜਾਬ ਵਿੱਚ ਲਗਾਤਾਰ ਸਿੱਖਿਆ ਵਿਭਾਗ ਸਕੂਲਾਂ ਨੂੰ ਫੀਸਾਂ ਲੈਣ ਤੋਂ ਮਨਾ ਕਰ ਰਿਹਾ ਹੈ। ਸਿਰਫ ਆਨਲਾਈਨ ਟਿਊਸ਼ਨ ਫੀਸ ਅਦਾ ਕਰਨ ਦੀ ਹੀ ਗੱਲ ਕਹੀ ਜਾ ਰਹੀ ਹੈ, ਪਰ ਇਸ ਦੇ ਬਾਵਜੂਦ ਕੁਝ ਨਿੱਜੀ ਸਿੱਖਿਅਕ ਅਦਾਰੇ ਸਕੂਲੀ ਵਿਦਿਆਰਥੀਆਂ ਤੋਂ ਲਗਾਤਾਰ ਫੀਸ ਦੀ ਮੰਗ ਕਰ ਰਹੇ ਨੇ, ਜਿਸ ਦੇ ਵਿਰੋਧ ਵਿੱਚ ਅੱਜ ਲੋਕ ਇਨਸਾਫ ਪਾਰਟੀ ਵੱਲੋਂ ਲੁਧਿਆਣਾ ਦੇ ਡੀਸੀ ਦਫ਼ਤਰ ਅੱਗੇ ਕੁਝ ਸਕੂਲੀ ਵਿਦਿਆਰਥੀਆਂ ਦੇ ਨਾਲ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੱਚਿਆਂ ਤੋਂ ਕਿਸੇ ਤਰ੍ਹਾਂ ਦੀ ਫੀਸ ਨਾ ਲੈਣ ਦੀ ਅਪੀਲ ਕੀਤੀ ਗਈ ਤੇ ਖੂਨ ਦੇ ਨਾਲ ਲਿਖਿਆ ਇੱਕ ਪੱਤਰ ਵੀ ਲੁਧਿਆਣਾ ਦੇ ਏਡੀਸੀ ਨੂੰ ਸੌਂਪਿਆ ਗਿਆ। ਅੱਜ ਜੀ ਲੋਕ ਇਨਸਾਫ ਪਾਰਟੀ ਵੱਲੋਂ ਲੋਕਾਂ ਦੇ ਹੱਕ ਦੇ ਵਿੱਚ ਜਿਹੜਾ ਮਿਡਲ ਕਲਾਸ ਔਰ ਗਰੀਬ ਲੋਕਾਂ ਦੇ ਜਿਨ੍ਹਾਂ ਨੂੰ ਸਕੂਲ ਮਾਫੀਆ ਨੇ ਫੀਸਾਂ ਮੰਗਣੀ ਸ਼ੁਰੂ ਕਰਤੀਆਂ ਪਿਛਲੇ 3 ਮਹੀਨੇ ਦੀਆਂ,
ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਵੀ ਲੋਕੀ ਰੋਟੀ ਕੱਪੜਾ ਔਰ ਮਕਾਨ ਨੂੰ ਮੁਹਤਾਜ ਹੋਏ ਆ। ਅੱਜ ਲੋਕਾਂ ਕੋਲ ਖਾਣ ਨੂੰ ਰੋਟੀ ਨਹੀਂ ਹੈ, ਰਾਸ਼ਨ ਚਟਾਉਣ ਨੂੰ ਨਹੀਂ, ਆਹ ਨਹੀਂ ਪਤਾ ਹੁੰਦਾ ਵੀ ਰਾਤ ਨੂੰ ਰੋਟੀ ਖਾਣੀ ਕਿੱਥੋਂ ਆ, ਔਰ ਕੱਪੜੇ ਪਾਉਣ ਨੂੰ ਨਹੀਂ ਆ। ਦੂਜੇ ਪਾਸੇ ਜਿਹੜੇ ਆਪਦੇ ਮਕਾਨ ਦੇ ਵਿੱਚ ਖੁਦ ਅਸੀਂ ਕਿਰਾਏਦਾਰ ਹੋ ਚੁੱਕੇ ਹਾਂ ਮਿਡਲ ਕਲਾਸ, ਕਿਉਂਕਿ ਬੈਂਕ ਵਾਲੇ ਕਿਸ਼ਤਾਂ ਮੰਗਦੇ, ਨਹੀਂ ਤਾਂ ਨੋਟਿਸ ਲਾ ਜਾਂਦੇ ਬਾਹਰ ਆ ਕੇ ਵੀ ਕਿਸ਼ਤਾਂ ਤੋਂ ਨਹੀਂ ਤਾਂ ਤੁਹਾਡਾ ਮਕਾਨ ਤੁਹਾਡਾ ਖਾਲੀ ਕਰਾਵਾਂਗੇ। ਉੱਤੋਂ ਹੁਣ ਸਕੂਲ ਵਾਲੇ ਨੇ ਨਵਾਂ ਕੰਮ ਸ਼ੁਰੂ ਕਰਤਾ ਵੀ ਇਹ ਫੀਸਾਂ ਮੰਗਣ ਲੱਗੇ। ਕੈਪਟਨ ਸਾਹਿਬ ਔਰ ਸਕੂਲ ਮਾਫੀਆ ਰਲ ਕੇ ਇਹਨਾਂ ਨੇ ਜਿਹੜਾ ਫੈਸਲਾ ਲਿਆ ਵੀ 3 ਮਹੀਨੇ ਦੀ ਫੀਸ ਲਈ ਜਾਵੇ, ਕਿਸ ਵੀ ਆਪਦੇ ਮੰਗਦੇ ਟਿਊਸ਼ਨ ਫੀਸ। ਆਨਲਾਈਨ ਜਿਹੜਾ ਸਕੂਲਾਂ ਨੇ ਜ਼ਿਆਦਾਤਰ ਸਕੂਲਾਂ ਨੇ ਪੜਾਉਣਾ ਸ਼ੁਰੂ ਕੀਤਾ ਮਈ ਦੇ ਵਿੱਚ। ਅਪ੍ਰੈਲ ਮਾਰਚ ਔਰ ਅਪ੍ਰੈਲ 2 ਮਹੀਨੇ ਬਿਲਕੁਲ ਬੰਦ ਰਿਹਾ। ਬੱਚੇ 12 ਵਜੇ ਉੱਠਦੇ ਸੀ ਤੇ ਟਿਊਸ਼ਨ ਕਦੋਂ ਪੜ੍ਹਨਗੇ ਉਹ, ਤੇ ਤੁਸੀਂ ਕਿਸ ਚੀਜ਼ ਦੀ ਫੀਸ ਮੰਗ ਰਹੇ ਹੋ? ਅੱਜ ਕੈਪਟਨ ਸਾਹਿਬ ਨੂੰ ਅਸੀਂ ਆਪਣੇ ਜਿਹੜਾ ਮਿਡਲ ਕਲਾਸ ਦੇ ਖੂਨ ਹੈ, ਇਸ ਕਰਕੇ ਕੈਪਟਨ ਸਾਹਿਬ ਨੂੰ ਖੱਤ ਲਿਖਿਆ, ਕੈਪਟਨ ਸਾਹਿਬ ਤੁਹਾਡਾ ਤੁਸੀਂ ਹੈਗੇ ਸ਼ਾਹੀ ਖਾਨਦਾਨ ਦਾ, ਤੁਹਾਡਾ ਰਾਇਲ ਬਲੱਡ ਆ, ਬਲੂ ਬਲੱਡ ਆ, ਅਸੀਂ ਹੈਗੇ ਮਿਡਲ ਕਲਾਸ ਆਦਮੀ, ਅਸੀਂ ਵੀ ਸਵੇਰੇ ਮਿਹਨਤ ਕਰਾਂਗੇ ਤਾਂ ਜਾ ਕੇ ਰਾਤ ਨੂੰ ਰੋਟੀ ਖਾਵਾਂਗੇ। ਔਰ ਤੁਹਾਡੇ ਸਕੂਲ ਵਾਲੇ ਇਸ ਚੀਜ਼ ਨੂੰ ਸੋਚਦੇ ਨਹੀਂ ਹੈ। ਜਿਹੜੇ ਸਕੂਲਾਂ ਨੂੰ ਸਾਡੇ ਸਿਰ ਦੇ ਉੱਪਰ ਸਾਡੀਆਂ ਫੀਸਾਂ ਦੇ ਉੱਪਰ ਸਾਡੇ ਇੱਕ ਘਰ ਦੇ ਵਿੱਚੋਂ 2 ਬੱਚੇ ਸਕੂਲਾਂ 'ਚ ਪੜ੍ਹਦੇ ਆ, ਇੱਕ ਬੱਚੇ ਦੀ ਘੱਟੋ ਘੱਟ 50,000 ਰੁਪਏ 1 ਸਾਲ ਦੀ ਫੀਸ ਜਾਂਦੀ ਹੈ, 2 ਬੱਚਿਆਂ ਦੀ 1.25 ਲੱਖ ਰੁਪਏ ਫੀਸ ਜਾਂਦੀ ਹੈ, ਔਰ ਇੱਕ ਸਕੂਲ ਦੇ ਵਿੱਚ 3000 ਬੱਚਾ ਪੜ੍ਹਦਾ। ਤੇ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਵੀ ਇੱਕ ਸਕੂਲ ਦੀ 1 ਸਾਲ ਦੀ ਕਮਾਈ 15-20 ਕਰੋੜ ਰੁਪਏ ਤੱਕ ਹੁੰਦੀ ਹੈ। ਇਹ ਕਿਸੇ ਨੂੰ ਪਤਾ ਹੀ ਨਹੀਂਗਾ। ਤੇ ਸਾਡੇ ਪੈਸਿਆਂ ਦੇ ਵਿੱਚੋਂ ਬਿਲਡਿੰਗਾਂ ਖੜੀਆਂ ਕਰਦੇ ਆ, ਤੇ ਤੁਸੀਂ ਉਹਦੇ ਵਿੱਚੋਂ ਤੁਹਾਨੂੰ ਅਸੀਂ 3 ਮਹੀਨੇ ਦਾ ਕਿਰਾਇਆ, 3 ਮਹੀਨੇ ਦਾ ਅਸੀਂ ਆਪਣਾ ਜਿਹੜਾ ਫੀਸ ਛੱਡਣ ਨੂੰ ਕਹਿ ਰਹੇ ਹਾਂ, ਤੇ ਤੁਹਾਨੂੰ ਉਹ 'ਚ ਭੀੜ ਪੈ ਗਈ ਹੈ। ਇਹ ਸੋਚਣ ਵਾਲੀ ਗੱਲ ਹੈ। ਪੰਜਾਬ ਦੇ ਵਿੱਚ ਕਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਬੀਤੇ ਦਿਨ ਲੁਧਿਆਣਾ ਦੇ ਸਿਵਲ ਹਸਪਤਾਲ ਦੇ 4 ਮੁਲਾਜ਼ਮ ਕਰੋਨਾ ਤੋਂ ਪੋਜ਼ਿਟਿਵ ਆਉਣ ਤੋਂ ਬਾਅਦ ਅੱਜ ਡਾਕਟਰਾਂ ਅਤੇ ਸਟਾਫ ਨੇ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਸਾਰੇ ਹੀ ਡਾਕਟਰ ਅਤੇ ਹਸਪਤਾਲ ਸਟਾਫ ਕੰਮ ਛੱਡ ਕੇ ਸਰਕਾਰ ਦੇ ਖਿਲਾਫ ਨਿੱਤਰ ਆਏ ਅਤੇ ਉਹਨਾਂ ਨੇ ਕਿਹਾ ਹੈ ਕਿ ਜੋ ਮਾਸਕ ਸਰਕਾਰ ਵੱਲੋਂ ਸਿਹਤ ਵਿਭਾਗ ਵੱਲੋਂ ਉਹਨਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਨੇ ਉਹ ਬਹੁਤ ਹੀ ਘਟੀਆ ਕੁਆਲਿਟੀ ਦੇ ਨੇ। ਉਹਨਾਂ ਵਿੱਚ ਸਿਲਾਈਆਂ ਨੇ ਜਿਸ ਰਾਹੀਂ ਕਿਸੇ ਵੀ ਤਰ੍ਹਾਂ ਦਾ ਵਾਇਰਸ ਉਸ ਵਿੱਚ ਆਸਾਨੀ ਨਾਲ ਆ ਸਕਦਾ ਹੈ। ਉਹਨਾਂ ਨੇ ਕਿਹਾ ਹੈ ਕਿ ਅਸੀਂ ਦਿਨ ਰਾਤ ਲੋਕਾਂ ਦੀ ਸੇਵਾ ਕਰਦੇ ਹਾਂ ਅਤੇ ਇਸ ਦੇ ਬਾਵਜੂਦ ਸਰਕਾਰ ਉਹਨਾਂ ਦੀ ਜਾਨ ਨਾਲ ਖਿਲਵਾੜ ਕਰ ਰਹੀ ਹੈ ਜੋ ਕਿ ਬਰਦਾਸ਼ਤ ਤੋਂ ਬਾਹਰ ਹੈ। देखो पिछले 2 महीने तो असी इस काम च इस कोरोना की लड़ाई च लड़ रहे हैं। सानू अज तक कभी भी कोई कमी नहीं आई, बट पहले सानू अच्छा क्वालिटी का समान आ रहा सीगा, बट पिछले अपना हफ्ते 1.5 हफ्ते तो सानू ਜਿਹੜੇ ਮਾਸਕ ਆਉਣ ਲੱਗੇ ਨੇ, ਜਿਹੜੀ ਪੀਪੀ ਕਿੱਟਾਂ ਆਉਣ ਲੱਗੀਆਂ ਨੇ ਉਹ ਘਟੀਆ ਕੁਆਲਿਟੀ ਦੀ ਆਉਣ ਲੱਗੀਆਂ ਨੇ, ਜਿਹਦੇ ਕਰਕੇ ਸਾਡਾ 4 ਸਟਾਫ ਆਪਣਾ ਆਲਰੇਡੀ ਕੋਰੋਨਾ ਦੀ ਚਪੇਟ 'ਚ ਆ ਚੁੱਕੇ ਹੈ। ਅਸੀਂ ਇਹਨਾਂ ਮਾਸਕ ਦੀ ਕੁਆਲਿਟੀ ਦੇ ਉੱਪਰ ਪਹਿਲਾਂ ਆਲਰੇਡੀ ਚਿੱਠੀ ਲਿਖ ਚੁੱਕੇ ਹਾਂ ਕਿ ਸਾਨੂੰ ਇਹ ਮਾਸਕ ਜਿਹੜੇ ਹੈਗੇ ਹੈ ਸਾਨੂੰ ਮਨਜ਼ੂਰ ਨਹੀਂ ਇਹਨਾਂ 'ਤੇ ਕੰਮ ਕਰਨ ਦੀ, ਬਟ ਉਹਦੇ ਉੱਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਬਟ ਹੁਣ ਜੋ ਕਿ ਸਾਡਾ ਆਪਣਾ ਸਟਾਫ ਸਾਡੇ ਭਾਈ ਭੈਣ ਇਸ ਬਿਮਾਰੀ ਚਪੇਟ 'ਚ ਆਉਣ ਲੱਗ ਪਏ ਆ, ਸਾਨੂੰ ਮਜਬੂਰਨ ਆ ਕੇ ਇਹ ਵੀ ਜਿਹੜਾ ਆਪਣਾ ਵਿਰੋਧ ਦਾ ਰਸਤਾ ਆਪਣਾ ਚੱਕਣਾ ਪਿਆ ਹੈ। ਡਾਕਟਰ ਸਾਹਿਬ ਕਿੰਨਾ ਕਿ ਸਟਾਫ ਜਿਹੜਾ ਬਿਮਾਰ ਹੋਇਆ ਕੋਰੋਨਾ ਪੋਜ਼ਿਟਿਵ? ਸਾਡੇ 4 ਸਟਾਫ ਆਪਣਾ ਕੋਰੋਨਾ ਚਪੇਟ 'ਚ ਆ ਗਿਆ ਇਹਨਾਂ ਘਟੀਆ ਕੁਆਲਿਟੀ ਦੇ ਮਾਸਕਾਂ ਦੇ ਕਰਕੇ। ਸਰ ਮਾਸਕ ਸ਼ੁਰੂ ਤੋਂ ਆ ਰਹੇ ਹੈ, ਪਰ ਪਹਿਲਾਂ ਮਾਸਕ ਅੱਛੀ ਕੁਆਲਿਟੀ ਦੇ ਆ ਰਹੇ ਸੀਗੇ। ਪਿਛਲੇ ਹਫਤੇ 1.5 ਹਫਤੇ ਤੋਂ ਸਾਡੇ ਕੋਲ ਘਟੀਆ ਕੁਆਲਿਟੀ ਦੇ ਮਾਸਕ ਆਉਣੇ ਸ਼ੁਰੂ ਹੋਏ ਆ। ਉਸ ਤੋਂ ਬਾਅਦ ਸਾਡਾ ਸਟਾਫ ਬਿਮਾਰ ਹੋਣਾ ਸ਼ੁਰੂ ਹੋਇਆ। ਜਿੱਦਾਂ ਕਿ ਮੇਰੇ ਨਾਲ ਤੁਹਾਨੂੰ ਦੱਸ ਚੁੱਕੀ ਹੈ ਕਿ ਮਾਸਕਾਂ ਦੀ ਕੁਆਲਿਟੀ 'ਚ ਕੀ ਫਰਕ ਹੈ, ਕਿੱਦਾਂ ਹੈਗਾ, ਉਹ ਅਸੀਂ ਕੰਮ ਕਰਨ ਨੂੰ ਬਿਲਕੁਲ ਤਿਆਰ ਹਾਂ। ਅਸੀਂ ਆਪਣੀ ਜਾਨ ਨੂੰ ਹਥੇਲੀ 'ਚ ਲੈ ਕੇ ਕੰਮ ਕਰ ਰਹੇ ਹਾਂ, ਬਟ ਸਾਨੂੰ ਸਰਕਾਰ ਜੋ ਬੇਸਿਕ ਮਿਨੀਮਮ ਹੈ, ਸਾਡਾ ਜੋ ਬੇਸਿਕ ਅੱਛੀ ਕੁਆਲਿਟੀ ਸਮਾਨ ਉਹ ਤਾਂ ਪ੍ਰੋਵਾਈਡ ਕਰੇ। ਅਸੀਂ ਨੀਡ ਤੋਂ ਪਿੱਛੇ ਨਹੀਂ ਭੱਜ ਰਹੇ, ਬਟ ਸਾਡਾ ਰਾਈਟ ਹੈ ਅੱਛੀ ਕੁਆਲਿਟੀ ਦਾ ਸਮਾਨ ਪਰਚੇਜ਼। ਸਾਡੇ 4 ਬੰਦਿਆਂ ਨੂੰ ਕਰੋਨਾ ਹੋਇਆ ਜਦ 2 ਘਟੀਆ ਮਾਸਕ ਆਣੇ ਸ਼ੁਰੂ ਹੋਇਆ। ਅਸੀਂ 2 ਮਹੀਨੇ ਤੋਂ ਪਹਿਰਾ ਦੇ ਰਹੇ ਹਾਂ, ਇੱਥੇ ਦਿਨ ਰਾਤ ਡਿਊਟੀਆਂ ਕਰ ਰਹੇ ਹਾਂ, ਅੰਡਰ ਸਟਾਫਡ ਹੈ, ਕਦੇ ਕੰਪਲੇਂਟ ਨਹੀਂ ਕੀਤੀ, ਦਿਨ ਰਾਤ ਕੰਮ ਕਰ ਰਹੇ ਹਾਂ। ਬਟ ਜਦ ਇਹ ਘਟੀਆ ਮਾਸਕ ਆਣੇ ਸ਼ੁਰੂ ਹੋਏ ਸਾਡੇ 4 ਬੰਦੇ ਇਨਫੈਕਟ ਹੋ ਗਏ ਹੈ। ਉਹ ਵੀ ਇਨਸਾਨ ਹੈ, ਸਾਡੀ ਵੀ ਅੱਗੇ ਫੈमिलीज ਹੈਗੀਆਂ। वी कैन नॉट टेक दिस बर्डन। मास्क कितने तक कितना पहुंचती, पूरी सामान कितना पहुंचता? सर हमें सप्लाई चेन के बारे में नहीं पता बॉस, हमें नहीं पता, ना हम परचेज में है, ना हमें नॉलेज है इस बात के बारे में। ਜਦੋਂ ਪਹਿਲਾਂ ਚੰਗੇ ਆ ਰਹੇ ਸੀਗੇ ਤੇ ਹੁਣ ਮਾੜੇ ਕਿਉਂ ਆ ਰਹੇ ਆ? ਸਵਾਲ ਸਿਰਫ ਇੱਕੋ ਹੀ ਹੈ ਕਿ ਹੁਣ ਮਾੜੇ क्यों दे रहे हो? ਪਹਿਲਾਂ जब चंगे मिले ਸੀਗੇ। अप्रूवल तो सरकार ही देती है ना सर, अप्रूवल्स गवर्नमेंट देती है, कोई प्राइवेट लेके आता है, कुछ भी करता है, हमें नहीं पता सर। हमें ये चाहिए कि ये जो गरीब लोग हैं यार, ये 5-5, 7-7 हज़ार में काम कर रहे हैं पीछे मेरे साथ, मेरे हेल्थ वर्कर, ये इनकी फैमिलीज क्या करेंगी? दे आर टोटली डिपेंडेंट अपॉन देम। इसमें से 4 बंदे हमारे इन्फेक्ट हो गए हैं। सर कपला शब्द स्कैम या कोई भी चीज़ गलत हो रही है, वी डोंट नो इट। किसी की अनगेली है या स्कैम किया है या करप्शन है, वी डोंट नो दिस। पर यह है कि ये चीज़ ठीक नहीं हैगी, इट इज़ नॉट जस्टिफाइड। ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੇ ਖਿਲਾਫ ਇੱਕ ਮਰੀਜ਼ ਦੇ ਪਰਿਵਾਰ ਵਾਲਿਆਂ ਨੇ ਮਰੀਜ਼ ਨੂੰ ਗਲਤ ਖੂਨ ਦੇਣ ਦੇ ਇਲਜ਼ਾਮ ਵਿੱਚ ਪ੍ਰਦਰਸ਼ਨ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਮਰੀਜ਼ ਨੂੰ ਹਸਪਤਾਲ ਵੱਲੋਂ ਗਲਤ ਖੂਨ ਦੇ ਦਿੱਤਾ ਗਿਆ, ਜਿਸ ਕਾਰਨ ਮਰੀਜ਼ ਦੀ ਹਾਲਤ ਖਰਾਬ ਹੋ ਗਈ ਹੈ। ਜਲੰਧਰ ਦੇ ਇੱਕ ਹਸਪਤਾਲ ਤੋਂ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਮਰੀਜ਼ ਦੇ ਪਰਿਵਾਰ ਨੂੰ ਉਸ ਦੀ ਹਾਲਤ ਵੇਖਦੇ ਹੋਏ
ਡਾਕਟਰ ਨੇ ਕਿਹਾ ਕਿ ਉਸ ਨੂੰ O ਪੋਜ਼ਿਟਿਵ ਬਲੱਡ ਦੀ ਜ਼ਰੂਰਤ ਹੈ ਅਤੇ ਉਕਤ ਹਸਪਤਾਲ ਵੱਲੋਂ ਉਹਨਾਂ ਨੂੰ ਔਰੀ ਹਸਪਤਾਲ ਤੋਂ O ਪੋਜ਼ਿਟਿਵ ਖੂਨ ਲਿਆਉਣ ਲਈ ਕਿਹਾ ਗਿਆ। ਇਸ ਦੇ ਬਾਰੇ ਵਿੱਚ ਦੱਸਦੇ ਹੋਏ ਮਰੀਜ਼ ਦੇ ਭਤੀਜੇ ਨੇ ਦੱਸਿਆ ਕਿ ਉਸ ਦੇ ਚਾਚਾ ਹਸਪਤਾਲ ਵਿੱਚ ਇਲਾਜ ਲਈ ਦਾਖਲ ਸਨ। ਇਸ ਦੌਰਾਨ ਉਹਨਾਂ ਨੂੰ ਬਲੱਡ ਦੀ ਜ਼ਰੂਰਤ ਪਈ, ਜਿਸ ਦੇ ਬਾਅਦ ਉਹ ਬਲੱਡ ਲੈਣ ਲਈ ਔਰੀ ਹਸਪਤਾਲ ਪਹੁੰਚੇ ਅਤੇ ਹਸਪਤਾਲ ਦੀ ਪਰਚੀ ਵੇਖ ਕੇ ਉਹਨਾਂ ਨੂੰ ਖੂਨ ਦੇ ਦਿੱਤਾ ਗਿਆ। ਜਦੋਂ ਖੂਨ ਮਰੀਜ਼ ਨੂੰ ਚੜਾਇਆ ਗਿਆ ਤਾਂ ਉਸ ਦੀ ਤਬੀਅਤ ਵਿਗੜ ਗਈ, ਜਿਸ ਦੇ ਬਾਅਦ ਪਤਾ ਚੱਲਿਆ ਕਿ ਹਸਪਤਾਲ ਵੱਲੋਂ ਉਹਨਾਂ ਨੂੰ O ਪੋਜ਼ਿਟਿਵ ਦੀ ਜਗ੍ਹਾ A ਪੋਜ਼ਿਟਿਵ ਬਲੱਡ ਦੇ ਦਿੱਤਾ ਗਿਆ ਹੈ, ਜਿਸ ਦੇ ਨਾਲ ਮਰੀਜ਼ ਦੀ ਹਾਲਤ ਵਿਗੜ ਗਈ। ਫਿਲਹਾਲ ਮਰੀਜ਼ ਦੇ ਪਰਿਵਾਰ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ। ਕੁਛ ਨੇ ਆਪਾਂ ਇਹਨਾਂ ਤੋਂ 2:30 ਵਜੇ ਆਏ ਸੀ ਤਕਰੀਬਨ ਬਲੱਡ ਲੈਣ ਵਾਸਤੇ, ਤੇ ਇਹਨਾਂ ਤੋਂ ਬਲੱਡ ਲਿੱਤਾ, ਇਹਨਾਂ ਤੋਂ ਬਲੱਡ ਲੈ ਕੇ ਆਪਾਂ ਉੱਥੇ ਦਿੱਤਾ। ਉਹਨਾਂ ਨੇ ਕ੍ਰੋਸਮੈਟਿਕ ਕਰਨ ਲਈ ਪਤਾ ਨਹੀਂ ਸਾਡੇ ਤੋਂ ਸੈਂਪਲ ਲੈ ਕੇ ਇੱਥੇ ਭੇਜਿਆ। ਫਿਰ ਉਹਨਾਂ ਨੇ ਆਪਣਾ ਸਟਾਫ ਮੈਂਬਰ ਕੋਈ ਇੱਥੇ ਭੇਜ ਕੇ ਬਲੱਡ ਜੋ ਲੈ ਕੇ ਗਏ ਨਾ, ਉੱਥੇ ਉਹਨਾਂ ਨੇ ਲਗਾਤਾ। 3-3:30 ਵਜੇ ਜਦੋਂ ਉਹਨਾਂ ਨੇ ਲਗਾਇਆ ਨਾ, ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਵੀ ਨੀਚੇ ਆ ਕੇ, ਮੈਂ ਕਿਹਾ ਬੋਡੀ ਹੈ ਨਾ ਸ਼ਿਫਰਿੰਗ ਕਰਨ ਦੀ ਆ। ਕਹਿੰਦੇ ਸਰ ਕੋਈ ਨਹੀਂ, ਕਈ ਵਾਰੀ ਚੜਾਉਣ ਲੱਗੇ ਨਾ ਠੰਡ ਲੱਗਣ ਲੱਗ ਜਾਂਦੀ ਹੁੰਦੀ ਆ। ਉਹਨਾਂ ਨੇ ਬਲੱਡ ਉਤਾਰਤਾ, ਇੰਜੈਕਸ਼ਨ ਲਗਾਇਆ, ਅੱਧੇ ਘੰਟੇ ਬਾਅਦ ਆ ਕੇ ਫਿਰ ਉਹੀ ਬਲੱਡ ਲਗਾਤਾ, ਉਹੀ ਬੋਤਲ ਲਗਾਤੀ। ਉਹ ਬੋਤਲ ਲਗਾਉਣ ਤੋਂ ਬਾਅਦ ਅੱਧਾ ਘੰਟਾ ਚੜਿਆ ਬਲੱਡ, ਜਿੰਨਾ ਵੀ ਚੜਿਆ। ਚੜਨ ਤੋਂ ਬਾਅਦ ਜਦੋਂ ਇਹਨਾਂ ਦੇ ਸੀਨੀਅਰ ਡਾਕਟਰ ਆਏ, ਉਹਨਾਂ ਨੇ ਆ ਕੇ ਚੈੱਕ ਕੀਤਾ ਕਿ ਇਹਨਾਂ ਦੀ ਸ਼ਿਫਰਿੰਗ ਕਰਨੀ ਬੋਡੀ ਕਿਉਂ ਨਹੀਂ ਹਟ ਰਹੀ ਹੈ। ਤਾਂ ਬਾਅਦ 'ਚ ਪਤਾ ਲੱਗਾ ਕਿ ਬਲੱਡ ਹੀ ਗਲਤ ਚੜ ਰਿਹਾ। ਤੇ ਪੇਸ਼ੈਂਟ ਦਾ ਨਾਮ ਕੀ ਹੈ ਜੀ? ਤਰਲੋਕਨਾਥ, ਕਿੱਥੇ ਦੇ ਰਹਿਣ ਵਾਲੇ? ਨਾਗਰਾ ਪਿੰਡ ਤੋਂ ਜੀ। ਤੇ ਹੁਣ ਤੁਸੀਂ ਪੁਲਿਸ ਕੰਪਲੇਂਟ ਕੀਤੀ ਹੈ? ਹਾਂਜੀ ਭਾਈ, ਕਰਨੀ ਹੈ। ਤੁਸੀਂ ਇੱਥੇ ਦੇ ਕਿਸੇ ਨੂੰ ਮਿਲੇ ਹੋ ਔਰੀ ਹਸਪੀਟਲ ਦੇ ਵਿੱਚ? ਨਹੀਂ, ਔਰੀ ਹਸਪੀਟਲ 'ਚ ਡਾਕਟਰ ਨੂੰ ਮਿਲੇ ਸੀਗੇ ਜੀ, ਉਹਨਾਂ ਦੇ ਜਿਹੜੇ ਸੀਨੀਅਰ ਡਾਕਟਰ ਸੀ। ਉਹ ਕੀ ਕਹਿੰਦੇ ਸਰ? ਉਹ ਕਹਿੰਦੇ ਸਰ ਸਾਡੀ ਗਲਤੀ ਨਹੀਂ ਹੈ, ਇਹ ਗਲਤੀ ਹੈਗੀ ਹੈ ਰਤਨ ਵਾਲਿਆਂ ਦੀ, ਸਲਿੱਪ ਦਿੱਤੀ ਆ, ਆਪਾਂ ਹੁਣ ਰਤਨ ਹਸਪੀਟਲ ਚੱਲੇ। ਉੱਥੇ ਹੀ ਦੂਜੇ ਪਾਸੇ ਇਸ ਪੂਰੇ ਮਾਮਲੇ ਵਿੱਚ ਔਰੀ ਹਸਪਤਾਲ ਦੇ ਡਾਕਟਰ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਰਦੇ ਹੋਏ ਆਪਣਾ ਪੱਲਾ ਝਾੜਦੇ ਨਜ਼ਰ ਆਏ। ਇਹ ਸਾਡੇ ਵੱਲੋਂ ਕੋਈ ਗਲਤੀ ਨਹੀਂ ਹੋਈ, ਇਹਦੇ ਬਾਰੇ ਹਲੇ ਛਾਣਬੀਨ ਕਰ ਰਹੇ ਅਸੀਂ, ਕਿਉਂਕਿ ਜਿਹੜੀ ਸਾਡੇ ਕੋਲ ਸਲਿੱਪ ਆਈ ਸੀ ਉਹ ਅਸੀਂ ਉਹਦੇ ਅਕੋਰਡਿੰਗਲੀ ਇਸ਼ੂ ਕਰਦੇ ਹਾਂ। ਇਹਦੇ ਐਂਡ 'ਤੇ ਗਲਤੀ ਹੋਈ, ਉਹ ਹਲੇ ਵੈਰੀਫਾਈ ਹੋ ਰਿਹਾ। ਉਹਦੇ ਵਿੱਚ ਸਰ ਸਟਿੱਕਰਸ ਵੀ ਕਾਫੀ ਮਿਸਮੈਚ ਨੇ, ਜਿਹੜਾ ਕਿ ਉਹ ਸਾਰਾ ਕੁਝ ਵੈਰੀਫਾਈ ਕੀਤਾ ਜਾ ਰਿਹਾ। ਸਾਨੂੰ ਉਹਦੇ ਬਾਰੇ ਅਸੀਂ ਕੁਝ ਨਹੀਂ, ਕੋਈ ਕਮੈਂਟ ਫਿਲਹਾਲ ਕੀ ਪੋਜੀਸ਼ਨ ਸਰ? ਪੁਲਿਸ ਨੂੰ ਕੰਪਲੇਂਟ ਦਿੱਤੀ ਗਈ ਹੈ, ਉਹਦਾ ਤੁਸੀਂ ਸਪੋਰਟ ਕਰੋਗੇ ਨਾਲ ਹੀ ਫਿਰ, ਹੈ ਨਾ? ਵੈਰੀਫਾਈ ਨਾਲ ਹੀ ਕਰੋ। ਜੇ ਕਿਸੇ ਵੀ ਐਂਡ ਤੋਂ ਗਲਤੀ ਹੋਈ ਹੈ ਤੇ ਮਸਟ ਬੀ ਸੀਨ ਟੂ ਇਟ। ਓਕੇ, ਪਰ ਸਾਡੇ ਵੱਲੋਂ ਕੋਈ ਗਲਤੀ ਨਹੀਂ ਹੋਈ। ਮਾਮਲਾ ਪੂਰਾ ਤੁਹਾਡੀ ਨੌਲੇਜ 'ਚ ਹੈ? ਮੇਰੇ ਹੁਣੇ ਨੌਲੇਜ ਆਇਆ ਸਾਰਾ, ਤੇ ਮੈਂ ਸਾਰਾ ਇਨਵੈਸਟੀਗੇਟ ਕਰ ਰਿਹਾ। ਦੂਜੇ ਪਾਸੇ ਪੂਰਾ ਮਾਮਲਾ ਪੁਲਿਸ ਦੇ ਕੋਲ ਪਹੁੰਚਣ ਦੇ ਬਾਅਦ ਹੁਣ ਪੁਲਿਸ ਫਿਲਹਾਲ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਦੀ ਗੱਲ ਕਰ ਰਹੀ ਹੈ। ਅਜੇ ਬਿਲਕੁਲ ਲਿਖਤੀ ਤੌਰ ਤੇ ਕੋਈ ਸ਼ਿਕਾਇਤ ਨਹੀਂ ਆਈ। ਮੈਨੂੰ ਫੋਨ ਤੇ ਇਨਫੋਰਮੇਸ਼ਨ ਆਈ ਸੀ ਕਿ ਔਰੀ ਹਸਪੀਟਲ ਵਿੱਚ ਕੋਈ ਬਲੱਡ ਸੈਂਪਲ ਬਲੱਡ ਗਰੁੱਪ ਜਿਹੜਾ ਗਲਤ ਦਿੱਤੇ ਜਾਣ ਤੇ ਕੋਈ ਲੋਕ ਇਕੱਠੇ ਹੋਏ ਨੇ। ਇਸ ਕਰਕੇ ਮੈਂ ਮੌਕੇ 'ਤੇ ਆਇਆ। ਮੌਕੇ 'ਤੇ ਮੈਂ ਡਾਕਟਰ ਸਾਹਿਬ ਨੂੰ ਮਿਲਿਆ ਔਰੀ ਹਸਪੀਟਲ ਦੇ, ਅਤੇ ਡਾਕਟਰ ਸਾਹਿਬ ਨੇ ਕਿਹਾ ਵੀ ਇਸ ਮਾਮਲੇ 'ਚ ਸਾਡੀ ਕੋਈ ਮਿਸਟੇਕ ਨਹੀਂ ਆ। ਫਿਰ ਵੀ ਇਸ ਮਾਮਲੇ 'ਚ ਮੈਂ ਦਰਿਆਫਤ ਕਰਾਂ ਕਿ ਇਹਦੀ ਮਿਸਟੇਕ ਆ, ਇਹ ਮਿਸਟੇਕ ਕਿਉਂ ਹੋਈ, ਅਤੇ ਬਾਕੀ ਜਿਵੇਂ ਮੇਰੇ ਕੋਲ ਕੰਪਲੇਨ ਆਈ ਉਸ ਮੁਤਾਬਕ ਦਰਿਆਫਤ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ। ਫਿਲਹਾਲ ਸਰ ਤਫਤੀਸ਼ ਚੱਲਦੀ ਪਈ ਹੈ ਕਿ ਕੀ ਹਾਂਜੀ, ਇਸ ਗੱਲ ਨੂੰ ਦਰਿਆਫਤ ਕੀਤਾ ਜਾ ਰਿਹਾ ਕਿ ਮਿਸਟੇਕ ਕਿਹਦੇ ਕੋਲ ਹੋਈ, ਕਿਵੇਂ ਹੋਈ ਅਤੇ ਕਿਉਂ ਹੋਈ। ਜਿਹੜੀ ਮਿਸਟੇਕ ਨਿਕਲਦੀ ਉਸ ਤੋਂ ਬਾਅਦ ਕੀ ਕਾਰਵਾਈ? ਉਸ ਤੋਂ ਬਾਅਦ ਜੋ ਮਿਸਟੇਕ ਹੋਈ ਜਿਵੇਂ ਹੋਏਗੀ, ਜਿਵੇਂ ਕੰਪਲੇਂਟਰ ਪਾਰਟੀ ਦੇ ਉਸ ਮੁਤਾਬਕ ਬਣਦੀ ਕਾਨੂੰਨੀ ਕਰਾਂਗੇ। ਹੁਣ ਦੇਖਣਾ ਇਹ ਹੋਵੇਗਾ ਕਿ ਜਲੰਧਰ ਦੇ ਔਰੀ ਹਸਪਤਾਲ ਵੱਲੋਂ ਕੀਤੀ ਗਈ ਵੱਡੀ ਲਾਪਰਵਾਹੀ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਿੰਨੀ ਕੁ ਦੇਰ ਤੱਕ ਇਨਸਾਫ ਤੇ ਸਹੀ ਢੰਗ ਦੇ ਨਾਲ ਕਾਰਵਾਈ ਕੀਤੀ ਜਾਂਦੀ ਹੈ। ਪੰਜਾਬ ਭਰ ਵਿੱਚ ਅੱਜ PSPCL, PSTCL ਵਿੱਚ ਕੰਮ ਕਰਦੇ ਸਹਾਇਕ ਇੰਜੀਨੀਅਰਾਂ ਤੋਂ ਲੈ ਕੇ ਇੰਜੀਨੀਅਰ ਇਨ ਚੀਫ ਤਕਰੀਬਨ 2000 ਇੰਜੀਨੀਅਰਾਂ ਵੱਲੋਂ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਗਿਆ। ਇੰਜੀਨੀਅਰ PSPCL, PSTCL ਇੰਜੀਨੀਅਰਾਂ ਅਤੇ ਤਕਨੀਕੀ ਸਟਾਫ ਨੂੰ ਸਧਾਰਨ ਪ੍ਰਸ਼ਾਸਕੀ ਡਿਊਟੀਆਂ ਸੌਂਪਣ ਲਈ ਜ਼ਿਲ੍ਹਾ ਪ੍ਰਸ਼ਾਸਨਾਂ ਦੇ ਪੱਖਪਾਤੀ ਰਵੱਈਏ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਲਈ ਮੁਲਾਜ਼ਮਾਂ ਨੇ ਪ੍ਰਸ਼ਾਸਨ ਦੇ ਖਿਲਾਫ ਪੱਖਪਾਤੀ ਰਵੱਈਏ ਵਿਰੁੱਧ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਅੱਜ ਅਸੀਂ 19 ਤਰੀਕ ਨੂੰ PSC ਐਸੋਸੀਏਸ਼ਨ ਦੇ ਸਾਰੇ ਮੈਂਬਰਸ ਸਾਰੇ ਪੰਜਾਬ ਤੋਂ, ਜੋ ਕਿ STO ਤੋਂ ਲੈ ਕੇ ਚੀਫ ਇੰਜੀਨੀਅਰ ਤੱਕ ਹਨ, ਉਹ ਪ੍ਰੋਟੈਸਟ ਕਰ ਰਹੇ ਨੇ ਬਲੈਕ ਬੈਜਿਸ ਲਾ ਕੇ। ਅਸੀਂ ਕੰਮ ਕਰਨਾ ਚਾਹੁੰਦੇ ਹਾਂ, ਪਰ ਜੋ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਲੁਧਿਆਣਾ ਨੇ ਸਾਡੇ ਨਾਲ ਕਰ ਰਹੇ ਆ, ਇਹਦੇ 'ਚ ਅਸੀਂ ਦੱਸਣਾ ਚਾਹਾਂਗੇ ਸਾਰੇ ਪੰਜਾਬ ਨੂੰ ਕਿ ਜਿੱਦਾਂ ਮੈਡੀਕਲ ਡਾਕਟਰਸ ਹੈਗੇ ਆ, ਪੈਰਾਮੈਡੀਕਲ ਹੈਗੇ ਆ, ਪੁਲਿਸ ਵਾਲੇ ਹੈਗੇ ਆ, ਕੋਵਿਡ ਦੀ ਡਿਊਟੀ ਦੇ ਰਹੇ ਆ, ਅਸੀਂ ਵੀ ਕੋਵਿਡ ਦੀ ਪੂਰੀ ਡਿਊਟੀ ਦੇ ਰਹੇ ਹਾਂ। ਕਿਉਂਕਿ ਸਾਡੀ ਜਿਹੜੀ ਸਪਲਾਈ ਆ, ਪਾਵਰ ਸਪਲਾਈ ਹੈ ਦੋਸਤੋ, ਉਹ ਕਦੀ ਬੰਦ ਨਹੀਂ ਹੁੰਦੀ। ਉਹ 24 ਘੰਟੇ ਅਸੀਂ ਡਿਊਟੀ ਤੇ ਹੈਗੇ ਆ। ਤੇ ਸਾਡਾ ਜਿਹੜਾ ਇਹ ਸਿਸਟਮ ਆ, ਇਹਦੇ 'ਚ ਜਦੋਂ ਵੀ ਫਾਲਟ ਪੈਂਦਾ ਨਾਲ ਦੀ ਨਾਲ ਸਾਨੂੰ ਜਾਣਾ ਪੈਂਦਾ। ਪਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਇਹ ਚੀਜ਼ਾਂ ਨਾ ਦੇਖਦੇ ਹੋਏ ਸਾਡੇ ਸੀਨੀਅਰ ਆਫੀਸਰਸ ਨੂੰ, ਟੈਕਨੀਕਲ ਸਟਾਫ ਨੂੰ, ਇੰਜੀਨੀਅਰਸ ਨੂੰ ਡਿਊਟੀ ਤੇ ਲਾ ਰਹੇ ਆ। ਡਿਊਟੀ ਕੀਤੀ ਜਾ ਰਹੀ ਆ ਕਿ ਇਹਦੀ ਸ਼ਿਫਟ 'ਚ ਆਓ, ਕੋਵਿਡ ਸੈਂਟਰ ਦੇ ਉੱਤੇ ਆ ਕੇ ਚੈੱਕ ਕਰੋ ਕਿਹੜਾ ਬੰਦਾ ਆਉਂਦਾ ਕਿਹੜਾ ਨਹੀਂ ਆਉਂਦਾ ਜੀ।
ਜਿਹੜੀ ਕਿ ਡਿਊਟੀ ਨਾਰਮਲੀ ਕਿਸੇ ਵੀ ਨਾਨ ਟੈਕਨੀਕਲ ਡਿਪਾਰਟਮੈਂਟ ਨੂੰ ਜਿਹਦੇ ਇਸ ਟਾਈਮ ਕੰਮ ਨਹੀਂ ਚੱਲ ਰਿਹਾ ਉਹਨੂੰ ਦਿੱਤੀ ਜਾ ਸਕਦੀ ਹੈ। ਅਸੀਂ ਇਹ ਨਹੀਂ ਕਹਿੰਦੇ ਕਿਸੇ ਨੂੰ ਦਿਓ। ਪ੍ਰੋਬਲਮ ਇਹ ਆ ਕਿ ਜੇ ਬਿਜਲੀ ਬੋਰਡ ਦੇ ਇੰਜੀਨੀਅਰਸ ਨੂੰ, ਜੇਈ ਨੂੰ, ਐਸਡੀਓ ਨੂੰ ਆਪਾਂ ਡਿਊਟੀਆਂ ਤੇ ਲਾਵਾਂਗੇ ਤਾਂ ਉਹ ਪਾਵਰ ਸਪਲਾਈ ਕੌਣ ਚਲਾਊਗਾ? ਹਾਲਾਤ ਇੱਦਾਂ ਦੇ ਹੋ ਗਏ ਆ ਕਿ ਕੁਝ ਜਗ੍ਹਾ ਤੇ 2 ਜੇਈ ਆ, ਇੱਕ ਸਬ ਡਿਵੀਜ਼ਨ 'ਚ ਦੋਨੋਂ ਜੇਈਆਂ 'ਚ ਇੱਕ ਜੇਈ ਦੀ ਡਿਊਟੀ ਲਾਤੀ ਗਈ। ਹੁਣ ਇੱਕ ਜੇਈ ਦੀ ਡਿਊਟੀ ਜਦੋਂ ਲਾਤੀ ਜਾਏਗੀ, ਦੂਜਾ ਜੇਈ ਕਿੱਦਾਂ ਸਾਰੇ ਸਿਸਟਮ ਨੂੰ ਸੰਭਾਲੇਗਾ? ਇੱਦਾਂ ਹੀ ਲੁਧਿਆਣੇ 'ਚ ਸਾਡੇ ਜਿਹੜੇ ਐਕਸੀਅਨ ਡਿਸਟ੍ਰੀਬਿਊਸ਼ਨ ਦੇ ਸੀਗੇ ਉਹਨਾਂ ਦੀ ਡਿਊਟੀ ਲਾਤੀ, ਉਹਨਾਂ ਨੂੰ ਸ਼ਿਫਟ ਡਿਊਟੀ ਤੇ ਬੁਲਾ ਰਹੇ ਆ, ਤੇ ਜਿਹੜੀ ਪਾਵਰ ਸਪਲਾਈ ਵਾਸਤੇ ਐਡੀਸ਼ਨਲ ਡਿਊਟੀ ਦੂਜੇ ਐਕਸੀਅਨ ਨੂੰ ਕਹਿ ਰਹੇ ਆ ਨਾ। ਦੋਸਤੋ ਕਿੱਦਾਂ ਚੱਲੇਗਾ ਇਹ ਚੀਜ਼? ਜੇ ਇੱਕ ਐਕਸੀਅਨ ਬੜੀ ਮੁਸ਼ਕਿਲ ਆਪਣੇ ਏਰੀਆ 'ਚ ਸਪਲਾਈ ਚਲਾ ਰਿਹਾ, ਦੂਜੇ ਏਰੀਆ ਸਪਲਾਈ ਨਹੀਂ ਚਲਾਏਗਾ, ਖਿੱਚ ਕੀ ਹੋਏਗਾ? ਨੁਕਸਾਨ ਕਿਹਨੂੰ ਹੋਏਗਾ? ਪਬਲਿਕ ਨੂੰ। ਸੋ ਅਸੀਂ ਸੀਐਮ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਇਹ ਚੀਜ਼ ਨੂੰ ਬੰਦ ਕੀਤਾ ਜਾਵੇ। ਅਸੀਂ ਡਿਊਟੀ ਦੇ ਰਹੇ ਹਾਂ, ਕੋਵਿਡ ਦੀ ਡਿਊਟੀ ਵੀ ਦੇ ਰਹੇ ਹਾਂ, ਪਰ ਬਿਜਲੀ ਸਪਲਾਈ ਚਲਾ ਕੇ। ਸੋ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਲੁਧਿਆਣੇ ਨੂੰ ਕਿਹਾ ਜਾਵੇ ਔਰ ਬਾਕੀ ਸਾਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨਾਂ ਨੂੰ ਵੀ ਕਿਹਾ ਜਾਵੇ ਕਿ ਉਹ ਕੋਵਿਡ ਜਿਹੜੀ ਇਹ ਡਿਊਟੀਆਂ ਹੈਗੀਆਂ ਕੋਵਿਡ ਸੈਂਟਰਾਂ ਤੇ ਉਹ ਇੰਜੀਨੀਅਰਸ ਦੀਆਂ, ਟੈਕਨੀਕਲ ਸਟਾਫ ਦੀਆਂ, ਪੀਐਸਪੀਸੀਐਲ ਦੀਆਂ ਨਾਲ ਜੇ ਕਿ ਉਹਨਾਂ ਨੂੰ ਕੋਈ ਸਟਾਫ ਚਾਹੀਦਾ ਉਹ ਪੀਐਸਪੀਸੀਐਲ ਮੈਨੇਜਮੈਂਟ ਨਾਲ ਗੱਲ ਕਰਨ ਤਾਂ ਜੋ ਉਹ ਸਟਾਫ ਜਿਹੜਾ ਕਿ ਪਾਵਰ ਸਪਲਾਈ ਦੇ ਵਾਸਤੇ ਲੋੜੀਂਦਾ ਨਹੀਂ ਆ ਉਹਨਾਂ ਨੂੰ ਦਿੱਤਾ ਜਾ ਸਕੇ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਮਿਲਦੇ ਹਾਂ ਇੱਕ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ। Ashoka Tandoori Range. Enjoy the Indian taste. Ashoka Tandoori Range. Enjoy the Indian taste. ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ਉੱਤੇ ਸਥਿਤ ਸੋਇਆ ਕਲਾ ਵਿੱਚ ਪਿੰਡ 'ਚ ਅੱਜ ਦਿਨ ਦਿਹਾੜੇ ਇੱਕ ਬੈਂਕ ਤੇ ਅਣਪਛਾਤੇ ਲੁਟੇਰੇ ਪਿਸਟਲ ਦੀ ਨੋਕ ਉੱਤੇ ਕਰੀਬ 11 ਲੱਖ ਦੀ ਨਕਦੀ ਲੈ ਕੇ ਫਰਾਰ ਹੋ ਗਏ। ਹੈਰਾਨੀ ਵਾਲੀ ਗੱਲ ਇਹ ਸੀ ਕਿ ਬੈਂਕ ਦੇ ਅੰਦਰ ਨਾ ਤਾਂ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਤੇ ਨਾ ਹੀ ਬੈਂਕ ਦੇ ਬਾਹਰ ਕੋਈ ਗਾਰਡ ਸੀ। ਮੌਕੇ ਤੇ ਪਹੁੰਚੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੌਣੇ 2 ਵਜੇ ਫੋਨ ਆਇਆ ਬੈਂਕ ਮੈਨੇਜਰ ਦਾ ਕਿ ਸਾਡੇ ਬੈਂਕ 'ਚ ਡਕੈਤੀ ਹੋ ਗਈ ਹੈ। ਮੌਕੇ ਤੇ ਪਹੁੰਚ ਕੇ ਦੇਖਿਆ ਜੀ ਇਹਨਾਂ ਦਾ 10,92,000 ਰੁਪਇਆ ਕੈਸ਼ ਰੱਖਦੇ ਵੀ ਜਿਹੜਾ 3 ਮੁੰਡੇ, ਇੱਕ ਸਰਦਾਰ ਤੇ 2 ਮੁੰਡੇ ਨੌਜਵਾਨ ਆਏ ਨੇ ਗਨ ਪੁਆਇੰਟ ਦੇ ਇਹਨਾਂ ਕੋਲ ਪੈਸੇ ਖੋ ਕੇ ਲੈ ਗਏ। ਤੇ ਦੇਖਣ ਨੂੰ ਆਇਆ ਨਾ ਕੋਈ ਸੀਸੀਟੀਵੀ ਕੈਮਰਾ, ਨਾ ਕੋਈ ਕੈਂਚੀ ਗੇਟ ਆ, ਨਾ ਕੋਈ ਆਪਣਾ ਗਾਰਡ ਆ। ਤੇ ਗੈਸ ਬਾਰੇ ਕੀ ਕਹਿਣਾ ਚਾਹੋਗੇ? ਕੋਈ ਗੱਲ ਨਹੀਂ, ਦੇਖਦੇ ਆ ਜੀ ਜੇ ਇਹਨਾਂ ਦੀ ਕੋਈ ਅਣਗਹਿਲੀ ਸਾਹਮਣੇ ਆਉਂਦੀ ਹੈ ਤੇ ਇਹਨਾਂ ਦੀ ਵੀ ਕਾਰਵਾਈ। ਲਾਗੇ ਹੀ ਠੇਕਾ ਹੈਗਾ ਜੀ, ਉਹ ਠੇਕੇ ਵਾਲੇ ਵੱਲੋਂ ਕੀ ਆਪਣਾ ਠੇਕੇ ਵਾਲਿਆਂ ਨੇ ਜਿਹੜਾ ਵਾ ਇਹਨਾਂ ਨੇ ਵੇਖਿਆ ਵਾ ਬਾਹਰ ਜਿਹੜੇ ਬੰਦੇ ਆਏ ਸੀ, ਗੱਡੀ ਮੁੜ ਕੇ ਖੜੀ ਹੈ। ਠੇਕੇ ਵਾਲੇ ਨੇ ਹੀ ਦੱਸਿਆ ਵਾ ਵੀ ਇਹ ਬੰਦੇ ਜਿਹੜੇ ਉਹ ਗੱਡੀ ਤੇ ਆਏ, ਬੈਂਕ ਮੈਨੇਜਰ ਨੂੰ ਤੇ ਅੰਦਰ ਪਤਾ ਨਹੀਂ, ਇਹਦੇ ਤੇ ਹੱਥ ਪੈਰ ਬੰਨ੍ਹ ਕੇ ਅੰਦਰ ਸੁੱਟ ਗਏ ਸੀ। ਤੇ ਹੁਣ ਤੱਕ ਦੀ ਕਾਰਵਾਈ ਕੀਤੀ ਗਈ ਹੈ? ਹੁਣ ਤੱਕ ਇਹਨਾਂ ਦੇ ਬਿਆਨ ਲਿਖ ਕੇ FIR ਦਰਜ ਕਰ ਲੱਗਿਆ ਜੀ। ਬਾਕੀ ਆਪਣੇ ਜਿਹੜੀ ਸਾਡੀ ਕਾਰਵਾਈ ਹੈ ਉਹ ਆਪਾਂ ਕਰਾਂਗੇ। ਬੀਤੀ ਰਾਤ ਬਟਾਲਾ ਦੇ ਨਜ਼ਦੀਕੀ ਪਿੰਡ ਮਲਕਪੁਰ ਵਿੱਚ ਸ਼ਰਾਬ ਦੇ ਠੇਕੇ ਉੱਤੇ ਚੋਰੀ ਹੋਣ ਦੀ ਵਾਰਦਾਤ ਸਾਹਮਣੇ ਆਈ ਹੈ। ਉੱਥੇ ਹੀ ਸ਼ਰਾਬ ਦੇ ਠੇਕੇਦਾਰ ਦਾ ਕਹਿਣਾ ਹੈ ਕਿ ਕੱਲ੍ਹ ਉਹ ਸ਼ਾਮ ਨੂੰ ਠੇਕਾ ਬੰਦ ਕਰਕੇ ਗਿਆ ਸੀ। ਜਦੋਂ ਕਿ ਸਵੇਰੇ ਉਹ ਠੇਕਾ ਖੋਲ੍ਹਣ ਲਈ ਪਹੁੰਚਿਆ ਤਾਂ ਵੇਖਿਆ ਕਿ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਸੀ ਅਤੇ ਠੇਕੇ ਦੀ ਪਿਛਲੀ ਦੀਵਾਰ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਜਦੋਂ ਅੰਦਰ ਵੇਖਿਆ ਤਾਂ ਵੱਡੀ ਮਾਤਰਾ ਵਿੱਚ ਸ਼ਰਾਬ ਦੀਆਂ ਪੇਟੀਆਂ ਗਾਇਬ ਸੀਗੀਆਂ। ਉੱਥੇ ਇਸ ਮਾਮਲੇ ਵਿੱਚ ਪੁਲਿਸ ਥਾਣਾ ਸਿਵਲ ਲਾਈਨ ਬਟਾਲਾ ਦੇ ਇੰਚਾਰਜ ਮੁਖਤਾਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਅਤੇ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਇਹ ਸਾਰੇ ਰਾਤੀ ਮੈਂ 9 ਵਜੇ ਨਾਲ ਠੇਕਾ ਬੰਦ ਕਰਕੇ ਘਰ ਚੱਲ ਗਿਆ ਸੀ। ਸਵੇਰੇ ਆਣ ਕੇ ਜਦੋਂ ਇਹ ਦੇਖਿਆ ਸੀ ਤੇ ਇਹ ਸ਼ਟਰ ਅਗਲੇ ਪਾਸੋਂ ਸਾਰਾ ਇਦਾਂ ਟੁੱਟਾ ਸੀ। ਪਿਛਲੇ ਪਾਸੋਂ ਕੰਧ ਵੀ ਨੁੱਕਰ ਤੋਂ ਇਹਨਾਂ ਨੇ ਤੋੜੀ ਚੋਰਾਂ ਨੇ। ਕਿੰਨਾ ਨੁਕਸਾਨ ਹੋਇਆ ਤੁਹਾਡਾ? ਇਹਦੇ ਤਕਰੀਬਨ ਇਹਦੇ ਵਿੱਚੋਂ 14-15 ਪੇਟੀਆਂ ਜਿਹੜੀਆਂ ਕਿ ਇਹ ਚੁੱਕੀਆਂ ਗਈਆਂ ਤੇ ਲਗਭਗ 1,60,000 ਦਾ ਨੁਕਸਾਨ ਹੋਇਆ। ਤੁਸੀਂ ਪੁਲਿਸ ਨੂੰ ਕੰਪਲੇਂਟ ਕੀਤੀ? ਹਾਂ, ਸਵੇਰੇ SHO ਸਾਹਿਬ ਇੱਥੇ ਸਿੰਬਲ ਚੌਂਕੀ ਇੰਚਾਰਜ ਆਏ, ਉਹਨਾਂ ਨੂੰ ਕੰਪਲੇਂਟ ਕੀਤੀ ਆ। ਸਵੇਰੇ ਆਣ ਕੇ ਲਿਖ ਕੇ ਲੈ ਗਏ। ਹੁਣ ਉਹ ਕਹਿੰਦੇ ਕਿ ਜੋ ਬਣਦੀ ਕਾਰਵਾਈ ਕਰਦੇ ਆ। ਐਕਸਾਈਜ਼ ਦੇ ਠੇਕੇਦਾਰਾਂ ਕੋਲ ਇਨਫੋਰਮੇਸ਼ਨ ਆਈ ਸੀ ਵੀ ਠੇਕਾ ਮਲਕਪੁਰ ਹੈ ਰੋਡ ਦੇ ਉੱਤੇ, ਉਹਦੇ ਪਹਿਲਾਂ ਤਾਂ ਕੋਸ਼ਿਸ਼ ਕੀਤੀ ਕਿਸੇ ਨੇ ਕੰਧ ਪਾੜਨ ਦੀ, ਮੁੜ ਕੇ ਸ਼ਟਰ ਚੁੱਕ ਕੇ ਉਹਨਾਂ ਦੀ ਕੁਝ ਵਿਸਕੀ ਲੈ ਗਏ ਨੇ। ਸੋ FIR ਦਰਜ ਕਰ ਦਿੱਤੀ ਗਈ ਹੈ ਤੇ ਇਨਵੈਸਟੀਗੇਸ਼ਨ ਜਾਰੀ ਹੈ। ਲਾਗੇ CCTV ਕੈਮਰੇ ਵਗੈਰਾ ਦੇਖ ਕੇ ਇਹਦੀ ਘੋਖ ਕਰਕੇ ਤੇ ਜਿਹੜੇ ਮੁਲਜ਼ਮਾਂ ਜਲਦੀ ਕਾਬੂ ਕਰਾਂ। ਸਰਹੱਦੀ ਤਹਿਸੀਲ ਅਜਨਾਲਾ ਦੇ ਪੁਲਿਸ ਥਾਣਾ ਰਮਦਾਸ ਦੇ ਅਧੀਨ ਪੈਂਦੇ ਰਾਵੀ ਦਰਿਆ ਸਟੇ ਪਿੰਡ ਕਸੇਵਾਲ ਵਿੱਚੋਂ ਬੀਤੇ ਦਿਨਾਂ ਗੈਰਕਾਨੂੰਨੀ ਮਾਈਨਿੰਗ ਹੋਣ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈ ਸੀ, ਜਿਸ ਦੇ ਸੰਬੰਧ ਵਿੱਚ ਪੁਲਿਸ ਥਾਣਾ ਰਮਦਾਸ ਵਿੱਚ ਸਾਰਾ ਮਾਮਲਾ ਸਾਹਮਣੇ ਆਇਆ ਤਾਂ ਤੁਰੰਤ ਪੁਲਿਸ ਹਰਕਤ ਵਿੱਚ ਆਈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਮੌਕੇ ਉੱਤੇ ਮੌਜੂਦ ਪਈਆਂ 2 ਪੋਕਲਾਈਨ ਮਸ਼ੀਨਾਂ ਨੂੰ ਕਬਜ਼ੇ ਵਿੱਚ ਲੈ ਕੇ ਮਾਮਲਾ ਦਰਜ ਕੀਤਾ ਗਿਆ ਹੈ।
ਇਨਫੋਰਮੇਸ਼ਨ ਮਿਲੀ ਸੀ ਕਿ ਕੱਸੋਵਾਲ ਨੇੜੇ ਜਿਹੜਾ ਵਾ ਭੁੰਨੇਵਾਲ ਪਿੰਡ ਦੇ ਪਿੰਡ ਕੱਸੋਵਾਲ ਵੇਚਰਾਲ ਪਿੰਡ ਆ ਉਹ ਦਰਿਆ ਦੇ ਕੰਢੇ ਦੇ ਉੱਤੇ ਜਿਹੜੀ ਨਜਾਇਜ਼ ਮਾਈਨਿੰਗ ਹੋ ਰਹੀ ਹੈ, ਜਿਸ ਸੰਬੰਧੀ ਮੁਕੱਦਮਾ ਨੰਬਰ 28/20 ਅੰਡਰ ਸੈਕਸ਼ਨ 379 IPC ਤੇ 21 ਮਾਈਨਿੰਗ ਐਕਟ ਦਾ ਰਜਿਸਟਰ ਕਰਕੇ ਤੇ 2 ਫੋਕ ਲੇਨਾਂ ਜਿਹੜੀਆਂ ਵਾ ਉੱਥੇ ਖੜੀਆਂ ਸੀ ਉਹ ਰਿਕਵਰ ਕਰਕੇ ਤੇ ਕਬਜ਼ਾ ਪੁਲਿਸ ਵਿੱਚ ਲੈ ਲਈਆਂ। ਪਰਚੇ ਜੀ ਉਹਦੇ ਤੇ ਇੱਕ ਵੀਡੀਓ ਵੀ ਉਸ ਸੰਬੰਧੀ ਸਾਡੇ ਕਬਜ਼ੇ ਆਈ ਆ, ਸਾਡੇ ਕੋਲ ਹੁਣ ਮਸੂਲ ਹੋਈ ਆ। ਉਹਦੇ ਵਿੱਚ ਵੀਡੀਓ ਦੇ ਵਿੱਚ ਵੇਖਾਂਗੇ, ਪਛਾਣ ਕਰਾਂਗੇ ਕਿ ਕਿਹੜੇ ਬੰਦੇ ਹੈਗੇ ਆ, ਉਹਨਾਂ ਨੂੰ ਨਾਮਜ਼ਦ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਹੁੰਦੀ ਹੈ। ਨਹੀਂ, ਫੋਕ ਲੇਨਾਂ ਤੋਂ ਇਲਾਵਾ ਅਜੇ ਤੱਕ ਹੋਰ ਕੋਈ ਕਿਸੇ ਕਿਸਮ ਦੀ ਬਰਾਮਦਗੀ ਨਹੀਂ ਹੋਏਗੀ। ਬਾਕੀ ਤਫਤੀਸ਼ ਜਾਰੀ ਆ, ਜੋ ਵੀ ਬਰਾਮਦਗੀ ਹੋਏਗੀ ਆਪ ਮਿਲੀਆਂ ਜੀ। ਨਹੀਂ ਜੀ, ਉਹ ਜਦੋਂ ਜਿਸ ਸਮੇਂ ਪੁਲਿਸ ਨੇ ਰੇਡ ਕੀਤਾ ਉਸ ਸਮੇਂ ਕੋਈ ਰੇਤਾ ਵਾਲਾ ਟਰੱਕ ਵਾਲੀ ਉਸ ਸਮੇਂ ਮੌਜੂਦ ਨਹੀਂ ਸੀਗਾ। ਇੱਕ ਤਾਂ ਉਹਨਾਂ ਨੇ ਸਵੇਰ ਦੇ ਟਾਈਮ ਨਹੀਂ ਵੀਡੀਓ ਮੁਤਾਬਕ ਲੱਗਦਾ ਸਵੇਰ ਦੇ ਟਾਈਮ ਜਦੋਂ ਕੀਤਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਕਲਸੀਆਂ ਕਲਾਂ ਵਿੱਚ ਇੱਕ ਗਰੀਬ ਪਰਿਵਾਰ ਦੇ ਘਰ ਦੇ ਸਾਹਮਣੇ ਜ਼ਬਰਦਸਤੀ ਰਾਜਨੀਤਿਕ ਪਹੁੰਚ ਦੇ ਜ਼ੋਰ ਤੇ ਸਰਕਾਰੀ ਗਲੀ ਵਿੱਚ ਜ਼ਬਰਦਸਤੀ ਜਗ੍ਹਾ ਉੱਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਦੀਵਾਰ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਸੰਬੰਧਿਤ ਜਾਣਕਾਰੀ ਦਿੰਦੇ ਹੋਏ ਪੀੜਤ ਵਿਅਕਤੀ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਪਿੰਡ ਕਲਸੀਆਂ ਕਲਾਂ ਵਿੱਚ ਆਪਣੀ ਮਾਲਕੀ ਜ਼ਮੀਨ ਉੱਤੇ ਤਕਰੀਬਨ 40 ਸਾਲ ਤੋਂ ਰਹਿ ਰਹੇ ਹਨ ਅਤੇ ਉਹਨਾਂ ਦੇ ਘਰ ਦਾ ਦਰਵਾਜ਼ਾ ਸਰਕਾਰੀ ਗਲੀ ਵਿੱਚ ਲੱਗਿਆ ਹੋਇਆ ਹੈ ਅਤੇ ਹੁਣ ਕੁਝ ਦਿਨ ਤੋਂ ਪਹਿਲਾਂ ਉਹਨਾਂ ਦੇ ਗੁਆਂਢ ਵਿੱਚ ਰਹਿ ਰਹੇ ਕੁਝ ਵਿਅਕਤੀ ਉਹਨਾਂ ਦੇ ਘਰ ਦੇ ਦਰਵਾਜ਼ੇ ਦੇ ਸਾਹਮਣੇ ਸਰਕਾਰੀ ਗਲੀ ਵਿੱਚ ਕੱਚੀ ਦੀਵਾਰ ਕਰਕੇ ਉਸ ਵਿੱਚ ਕੂੜਾ ਸੁੱਟ ਰਹੇ ਨੇ ਅਤੇ ਕਹਿ ਰਹੇ ਹਨ ਕਿ ਇਹ ਸਾਡੀ ਮਾਲਕੀ ਜ਼ਮੀਨ ਹੈ ਅਤੇ ਇਸ ਦੇ ਸਾਹਮਣੇ ਤੁਹਾਨੂੰ ਦਰਵਾਜ਼ਾ ਨਹੀਂ ਖੋਲ੍ਹਣ ਦਿੱਤਾ ਜਾਵੇਗਾ। ਉਧਰ ਦੂਜੇ ਪਾਸੇ ਸਰਕਾਰੀ ਗਲੀ ਉੱਤੇ ਕਬਜ਼ਾ ਕਰਨ ਵਾਲੇ ਵਿਅਕਤੀ ਜਸਵੰਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਸਾਡੀ ਮਾਲਕੀ ਜ਼ਮੀਨ ਹੈ ਜਿਸ ਉੱਤੇ ਅਸੀਂ ਸ਼ੁਰੂ ਤੋਂ ਹੀ ਕੂੜੇ ਦਾ ਢੇਰ ਸੁੱਟਦੇ ਆ ਰਹੇ ਹਾਂ। ਜਦ ਇਸ ਸੰਬੰਧਿਤ ਥਾਣਾ ਭਿੱਖੀਵਿੰਡ ਦੇ ASI ਸੁਰਿੰਦਰ ਕੁਮਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕੈਮਰੇ ਅੱਗੇ ਆਉਣ ਤੋਂ ਸਾਫ਼ ਮਨਾ ਕਰ ਦਿੱਤਾ ਅਤੇ ਕਿਹਾ ਕਿ ਦੋਨਾਂ ਨੂੰ ਥਾਣੇ ਵਿੱਚ ਬੁਲਾ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਵੇਖੋ ਭਾਜੀ, ਸਾਡਾ ਕਿੰਨੇ ਚਿਰ ਦਾ ਉੱਥੇ ਲਾਲਕੀਰ ਦੇ ਅੰਦਰ ਜਗ੍ਹਾ ਹੈ ਜਿਹੜੀ ਮਾਲਕੀ ਤੌਰ ਤੇ ਅਸੀਂ ਉੱਥੇ ਗੋਹਾ ਕੂੜਾ ਸੁੱਟਣ ਵਾਸਤੇ ਛੱਡੀ ਆ ਤੇ ਸਾਡਾ ਮਤਲਬ ਡੰਗਰ ਬੱਚੇ ਘਰੇ ਰੱਖੇ ਹੋਏ ਆ ਤੇ ਉਹਨਾਂ ਦਾ ਗੋਹਾ ਕੂੜਾ ਜਿਹੜਾ ਉਹ ਸਾਡੇ ਤੋਂ ਦੂਰ ਨਹੀਂ ਸੁੱਟਣ ਜਾਂ ਮਤਲਬ ਬਾਹਰ ਜਾ ਦੂਰ ਜਾਣਾ ਪੈਂਦਾ ਗਾ ਤੇ ਘਰ ਦੇ ਸਾਡੇ ਠੀਕ ਨਹੀਂ ਹੈਗੇ ਤੇ ਇਸ ਕਰਕੇ ਉਹ ਥਾਂ ਉਹ ਛੱਡਿਆ ਵੀ ਇੱਥੇ ਗੋਹਾ ਕੂੜਾ ਥੋੜ੍ਹਾ ਬੜਾ ਇਕੱਠਾ ਕਰਕੇ ਮੁੜ ਕੇ ਬਾਹਰ ਸੁੱਟ ਆਈਦਾ ਤੇ ਜ਼ਿਆਦਾ ਖਲਾਰਾ ਵੀ ਨਹੀਂ ਪੈਂਦਾ ਤੇ ਅਸੀਂ ਤਾਂ ਬੜੇ ਚਿਰ ਦਾ ਕਬਜ਼ਾ ਉੱਥੇ ਕੀਤਾ ਹੋਇਆ ਮਤਲਬ ਸਾਡੀ ਮਾਲਕੀ ਦਾ ਥਾਂ ਹੀ ਇੱਕ ਲਾਲਕੀਰ ਦੇ ਅੰਦਰ ਜਿਹੜਾ। ਤੇ ਮਨਦੀਪ ਸਿੰਘ ਦਾ ਕਹਿੰਦਾ ਕਿ ਗਲੀ ਦੀ ਥਾਂ ਹੈ। ਗਲੀ ਦੀ ਥਾਂ ਨਹੀਂ, ਉਹਨਾਂ ਦਾ ਗੇਟ ਤੇ ਪਹਿਲਾਂ ਬੂਹਾ ਪਾਸੇ ਉਹਨਾਂ ਨੂੰ ਲੱਗਿਆ ਹੋਇਆ, ਉਹਨਾਂ ਨੂੰ ਉੱਥੇ ਬੂਹਾ ਦਾ ਲਾ ਲਓ ਭਾਵੇਂ 12 ਫੁੱਟ ਦਾ ਲਾ ਲਓ 10 ਫੁੱਟ ਦਾ ਲਾ ਲਓ, ਸਾਨੂੰ ਕੋਈ ਉਹਦੇ 'ਚ ਇਤਰਾਜ਼ ਨਹੀਂ, ਗਲੀ ਦੇ ਵਿੱਚ ਬੂਹਾ ਲਾਉਣ। ਮਤਲਬ ਸਾਡੀ ਥਾਂ ਦੇ ਵਿੱਚ ਜ਼ਬਰਦਸਤੀ ਬੂਹਾ ਧੱਕੇ ਨਾਲ ਲਾਉਂਦਾ, ਅਸੀਂ ਉਹ ਧੱਕੇ ਨਾਲ ਬੂਹਾ ਨਹੀਂ, ਇਹ ਸਾਡਾ ਥਾਂ ਮੁੜ ਕੇ ਪਾਸੇ ਹੁੰਦਾ, ਅਸੀਂ ਤੇ ਬੂਹਾ ਕੋੜਾ ਕਿਤਾ ਸੁੱਟ ਸਕਦੇ ਹਾਂ ਸਰਕਾਰੀ ਗਲੀ ਵਿੱਚ ਗਲੀ ਬੂਹਾ ਲਾ ਕੇ ਜਿੱਥੇ ਚੱਲਦਾ ਇਹਦਾ। ਭਾਈ ਸਾਡਾ ਇਹ ਆ ਵੀ ਅਸੀਂ ਸ਼ੁਰੂ ਤੋਂ ਜਦੋਂ ਦਾ ਪਹਿਲਾਂ ਤਾਂ ਇਹਨਾਂ ਦੇ ਦਾਦੇ ਵਿਆਹ ਦੀ ਜਗ੍ਹਾ ਕੋਲ ਸੀ, ਬਾਅਦ 'ਚ ਉਦੋਂ ਵਸਤਾ ਸਾਡੇ ਕੋਲ ਆ ਵੀ ਅਸੀਂ ਇਹਨਾਂ ਦੇ ਜਦੋਂ ਦਾ ਥਾਂ ਇਹ ਵਰਤਦੇ ਆ ਨਾ, ਇਹਨਾਂ ਨੇ ਵਰਤਣ ਤੋਂ ਬਾਅਦ 'ਚ ਸਾਨੂੰ ਅਸੀਂ ਆਖਿਆ ਚੱਲ ਕੋਈ ਗੱਲ ਨਹੀਂ ਭਲਮਾਨਸੀ ਨਾਲ ਵਰਤੀ ਜਾਂਦੇ ਪਾਥਾਂ ਹੀ ਪੱਟਦੇ। ਬਾਕੀ ਦੂਜੀ ਗੱਲ ਇਹ ਆ ਵੀ ਹੁਣ ਇਹਨਾਂ ਸਾਨੂੰ ਸਾਡਾ ਗੇਟ ਨਿਕਲਦਾ, ਸਾਡਾ ਲੱਗਾ ਗੇਟ ਇਹਨਾਂ ਨੂੰ ਜਿੱਥੇ ਬੁਰਜੀਆਂ ਨਾ ਉੱਥੋਂ ਨਹੀਂ ਕੱਢਣ ਦਿੰਦੇ ਸਾਨੂੰ, ਉਹਨੂੰ ਵੀ ਅਸੀਂ ਥੋੜੀ ਜਿਹੀ ਸਾਈਡ ਐਨ ਮੰਗਦੇ ਨਾ ਕਿ ਨਹੀਂ ਇਹਨਾਂ ਰੂੜੀ ਕਾਹਦੇ ਲਈ ਲਾਈ ਹੈ? ਰੂੜੀ ਖਾਦ ਨਾਲੇ ਚੜੋ ਖੱਤੀ ਨਾਲ ਲਵਾਉਂਦੇ ਹੁਣ ਕਿ ਅਸੀਂ ਇਹਨਾਂ ਦੇ ਲਾਗੇ ਗੰਦ ਅਸੀਂ ਨੇ ਸਾਡੇ ਲਾਗੇ ਗੰਦ ਨਹੀਂ ਵੱਜਣਾ ਚਾਹੀਦਾ, ਅਸੀਂ ਗੇਟ ਆਪਦਾ ਇੱਧਰ ਨੂੰ ਕੱਢਣਾ। ਕੋਈ ਦਰਖਾਸਤ ਦਿੱਤੀ ਇਸ ਸੰਬੰਧੀ? ਹਾਂਜੀ ਭਾਈ ਦਿਖਾਈ ਦਿੱਤੀ ਹੈ। ਕੋਈ ਕਾਰਵਾਈ ਹੋਈ ਹੈ ਤੱਕ? ਨਾ ਕੋਈ ਨਹੀਂ, ਉਹ ਆਇਆ ਥਾਣੇਦਾਰ ਵੀ ਤੇ SHO ਵੀ, ਉਹ ਇੱਧਰੋਂ ਵੀ ਪੈਸੇ ਧੇਲਾ ਲੈ ਕੇ ਚਲੇ ਗਿਆ ਇਹਨਾਂ ਦੇ ਅੰਦਰ ਵੜ ਕੇ, ਉਹਨੇ ਗੱਲ ਹੀ ਭਾਈ ਇਹਨਾਂ ਦੀ ਕੀਤੀ ਆ। ਕੀ ਮੰਗ ਕਰਦੇ ਸੀ? ਮੰਗ ਸਾਡੀ ਇਹੋ ਹੀ ਬੇਨਤੀ ਆ ਵੀ ਅਸੀਂ ਗਰੀਬ ਆ, ਸਾਡਾ ਦਰਵਾਜ਼ਾ ਜਿੱਥੇ ਹੈਗਾ ਸਾਨੂੰ ਉੱਧਰ ਨਿਕਲਣ ਦਿਓ, ਅਸੀਂ ਥੋੜ੍ਹੇ ਜਿਹੇ ਸਾਈਡ ਹੀ ਮੰਗਦੇ ਸੀ। ਇਹਨਾਂ ਨੇ ਕਹਿੰਦੇ ਵੀ ਅਸੀਂ ਤੁਹਾਨੂੰ ਇੱਧਰ ਨੂੰ ਲੰਘਣ ਕਰ ਨਹੀਂ ਦੇਣਾ, ਤਾਂ ਸਾਡੀ ਜਗ੍ਹਾ ਮੰਨ ਲੈ ਤੇ ਜਗ੍ਹਾ ਸਰਕਾਰੀ ਆ। ਮਸਲਾ ਜੀ ਦਰਵਾਜ਼ੇ ਦਾ ਬਾਹਰਲੀ ਗਲੀ ਤੋਂ ਇਹ ਜੀ ਮਤਲਬ 50 ਸਾਲ ਹੋ ਗਏ ਸਾਡੇ ਦਾਦੇ ਪੜਦਾਦਿਆਂ ਦੀ ਜਗ੍ਹਾ ਵਾਏ ਪੱਕੀ ਤੇ ਅਸੀਂ ਇੱਥੇ ਦਰਵਾਜ਼ਾ ਲਗਾਉਣੇ, ਸਾਡਾ 9-10 ਸਾਲ ਹੋ ਗਏ ਇੱਥੇ ਦਰਵਾਜ਼ਾ ਲੱਗੇ ਨੂੰ ਤੇ ਅੱਜ ਜਿਹੜੇ ਸਿਆਸਤੀ ਲੋਕ ਨੇ ਉਹ ਸਾਡੇ ਤੇ ਆ ਕੇ ਤੇ ਸਾਨੂੰ ਦਰਵਾਜ਼ਾ ਨਹੀਂ ਕੱਢਣ ਦਿੰਦੇ। ਕੀ ਨਾਮ ਵਿਅਕਤੀ ਹਨ ਜਿਹੜੇ ਦਰਵਾਜ਼ਾ ਨਹੀਂ ਕੱਢਣ ਦਿੰਦੇ? ਇਹ ਜੀ ਜਸਵੰਤ ਸਿੰਘ ਦਰਜੀ ਆ ਤੇ ਰਿੰਕੂ ਉਹਨਾਂ ਦਾ ਭਤੀਜਾ ਵਾ ਤੇ ਜੋ ਭਾਜੀ ਅੱਜ ਕਾਂਗਰਸੀ ਆਗੂ ਨੇ ਉਹ ਸਾਡੇ ਤੇ ਆ ਕੇ ਤੇ ਹਮਲਾ ਕਰਵਾਉਂਦੇ ਵਾ ਕਿ ਇਹਨਾਂ ਨੂੰ ਦਰਵਾਜ਼ਾ ਨਹੀਂ ਕੱਢਣ ਦੇਣਾ। ਜੇ ਅਸੀਂ ਦਰਵਾਜ਼ਾ ਕੱਢਦੇ ਆ ਤੇ ਇਹ ਭਾਜੀ ਸਾਡੇ ਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰਦੇ ਵਾ ਤੇ ਸਾਨੂੰ ਬੋਲਦੇ ਕਿ ਢਾਡੀਆਂ ਜਨਾਨੀਆਂ ਸਾਨੂੰ ਉਲਟਾ ਬੋਲਦੀਆਂ ਵਾ, ਗਲਤ ਸ਼ਬਦ ਬੋਲਦੀਆਂ। ਇਹ ਜਿਹੜਾ ਅਗਲੇ ਬੰਨੇ ਦਰਵਾਜ਼ੇ ਦੇ ਰੂੜੀ ਲੱਗੀ ਹੋਈ ਹੈ, ਕਦੋਂ ਤੋਂ ਲੱਗੀ ਹੈ ਤੇ ਕਿੰਨੇ ਲਾਈ ਹੈ? ਇਹ ਭਾਜੀ ਰੂੜੀ ਮਤਲਬ ਕਿ ਇਹ ਕਹਿੰਦੇ ਕਿ ਅਸੀਂ ਜਿਨ੍ਹਾਂ ਤੋਂ ਜਗ੍ਹਾ ਲਈ ਵਾ ਉਹਨਾਂ ਤੋਂ ਅਸੀਂ ਨਗਦ ਲਈ ਆ। ਇਹ ਭਾਜੀ ਅਸੀਂ ਇਹਨਾਂ ਨੂੰ ਕਿਹਾ ਵੀ ਜੇ ਤੁਸੀਂ ਨਗਦ ਜਗ੍ਹਾ ਲਈ ਆ ਤੇ ਸਾਨੂੰ ਇਹਦੇ ਕਾਗਜ਼ ਦਿਖਾ ਦਿਓ
ਅਸੀਂ ਆਪਣਾ ਦਰਵਾਜ਼ਾ ਜਿੱਥੇ ਲੱਗਾ ਉੱਥੇ ਲਾ ਲਾਂਗੇ। ਜੇ ਕਾਗਜ਼ ਨਹੀਂ ਹੈਗੇ ਤੇ ਤੁਸੀਂ ਰੂੜੀ ਚੁੱਕ ਕੇ ਤੇ ਉੱਥੇ ਇੱਟਾਂ ਲੱਗੀਆਂ ਪੱਕੀਆਂ ਸਰਕਾਰੀ ਗਲੀ ਦੀਆਂ ਉਹ ਪੁੱਟ ਕੇ ਦਿਖਾ ਦਿਓ। ਜੇ ਇੱਟਾਂ ਨਾ ਲੱਗੀਆਂ ਹੁੰਦੇ ਅਸੀਂ ਨਹੀਂ ਦਰਵਾਜ਼ਾ ਲਾਉਂਦੇ, ਜੇ ਲੱਗੀਆਂ ਵਾ ਤੇ ਫਿਰ ਅਸੀਂ ਇੱਥੇ ਲਾਉਣਾ ਦਰਵਾਜ਼ਾ। ਹੁਣ ਕੀ ਮਸਲਾ ਹੈ? ਹੁਣ ਜੀ ਮਸਲਾ ਇਹੋ ਅਸੀਂ ਦਰਵਾਜ਼ਾ ਲਾਉਣੇ ਆ ਤੇ ਕਾਂਗਰਸੀ ਆਗੂ ਜਿਹੜੇ ਕਹਿੰਦੇ ਵਾ ਕਿ ਅਸੀਂ ਇਹ ਨਜ਼ਰੀ ਦਿੰਦੇ ਵਾ ਤੁਸੀਂ ਇੱਥੇ ਦਰਵਾਜ਼ਾ ਲਾਓ। ਜੇ ਤੁਹਾਨੂੰ ਕੋਈ ਇਹ ਗਲਤ ਸ਼ਬਦ ਚਾਹੇ ਮੰਨ ਲਓ ਕੋਈ ਹਮਲਾ ਕਰਦੇ ਅਸੀਂ ਜ਼ਿੰਮੇਵਾਰ ਆ, ਤੁਸੀਂ ਇਹਨਾਂ ਤੇ ਹਮਲਾ ਕਰਕੇ ਵੀ ਦਰਵਾਜ਼ਾ ਲਾ ਸਕਦੇ ਹੋ। ਇਹਨਾਂ ਨੇ ਭਾਜੀ ਗਾਰੇ ਨਾਲ ਪਹਿਲਾਂ ਵੀ ਸਾਡੇ ਕੋਲ ਖੜਿਆ, ਇਹਨਾਂ ਨੇ ਬੁਲਾਈ ਆ ਜਗ੍ਹਾ ਇਹ ਜਿਹੜੀ ਆ। ਹੁਣ ਇਹ ਕਹਿ ਰਿਹਾ ਵਾ ਕਿ ਤੁਸੀਂ ਇਹਨੂੰ ਸੀਮੈਂਟ ਦੇ ਨਾਲ ਪੱਕਾ ਇਹਨੂੰ ਵੜੋ। ਤੁਸੀਂ ਇਸ ਸੰਬੰਧੀ ਦਰਖਾਸਤ ਦਿੱਤੀ ਥਾਣੇ? ਦਰਖਾਸਤ ਜੀ ਸੁਰਿੰਦਰ ਕੁਮਾਰ ਡਿਊਟੀ ਅਫਸਰ ਹੈ ਭਿੱਖੀਵਿੰਡ ਥਾਣਾ, ਉਹਨਾਂ ਕੋਲ ਮੈਂ 18 ਮਾਰਚ ਦੀ ਦਰਖਾਸਤ ਦਿੱਤੀ ਆ ਜੀ। ਅਜੇ ਤੱਕ ਭਾਜੀ ਕੋਈ ਕਾਰਵਾਈ ਨਹੀਂ ਉਹਨਾਂ ਨੇ ਕੀਤੀ। ਜੇ ਆਏ ਆ ਤੇ ਇਹਨਾਂ ਦੇ ਘਰੋਂ ਵੀ ਬੈਠ ਕੇ ਚਲੇ ਗਏ ਤੇ ਸਾਡੇ ਘਰੋਂ ਵੀ। ਬਾਕੀ ਇਹ ਜਿਹੜੇ ਵਾ ਜਸਵੰਤ ਸਿੰਘ ਦਰਜੀ ਆ ਇਹ ਕਹਿ ਰਿਹਾ ਕਿ ਸਾਨੂੰ ਕਾਂਗਰਸੀ ਆਗੂਆਂ ਨੇ ਇਹਨਾਂ ਨੂੰ ਹਦਾਇਤ ਦਿੱਤੀ ਆ ਜੀ। ਹੁਣ ਸਾਡੀ ਪ੍ਰਸ਼ਾਸਨ ਤੋਂ ਇਹੋ ਮੰਗ ਆ ਜੀ, ਜੇ ਤਾਂ ਮੰਨ ਲਓ ਸਾਡਾ ਨਿਕਲਦਾ ਦਰਵਾਜ਼ਾ ਲੱਗਦਾ ਹੈ ਤੇ ਠੀਕ ਹੈ, ਨਹੀਂ ਤੇ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕੋਰੋਨਾ ਵਾਇਰਸ ਨੂੰ ਲੈ ਕੇ ਭਾਰਤ ਵਿੱਚ ਫਸੇ ਵਿਦੇਸ਼ੀ ਸੈਲਾਨੀਆਂ ਲਈ ਅੱਜ ਵਿਸ਼ੇਸ਼ ਜਹਾਜ਼ ਭੇਜਿਆ ਗਿਆ। ਇਸ ਜਹਾਜ਼ ਵਿੱਚ ਉਹ ਯਾਤਰੀ ਵਾਪਸ ਜਾਣਗੇ ਜੋ ਲੋਕਡਾਊਨ ਤੋਂ ਪਹਿਲਾਂ ਭਾਰਤ ਵਿੱਚ ਆਏ ਸਨ, ਪਰ ਕੋਰੋਨਾ ਵਾਇਰਸ ਦੇ ਚੱਲਦੇ ਲੱਗੇ ਲਾਕਡਾਊਨ ਦੀ ਵਜ੍ਹਾ ਕਾਰਨ ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ ਤੇ ਇਹ ਪਾਂਦੀ ਭਾਰਤ ਵਿੱਚ ਹੀ ਫਸ ਕੇ ਰਹਿ ਗਏ। ਅੱਜ ਇਹ ਯਾਤਰੀ ਅੰਮ੍ਰਿਤਸਰ 에ਅਰਪੋਰਟ ਉੱਤੇ ਪਹੁੰਚੇ, ਜਿਸ ਮੌਕੇ ਮੁਸਾਫਰਾਂ ਦਾ ਕਹਿਣਾ ਸੀ ਕਿ ਉਹ ਕਾਫੀ ਖੁਸ਼ ਨੇ ਅਤੇ ਆਪਣੇ ਮੁਲਕ ਜਾਂਦੇ ਹੋਏ ਉਹ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੇ ਨੇ। ਜੀ ਇੱਥੇ ਗਰਾਇਆਂ ਦਾ ਰਹਿਣ ਵਾਲਾ ਆ, ਉੱਥੋਂ ਕੈਲਗਰੀ ਤੋਂ ਰਹਿਣ ਵਾਲਾ ਆ, ਕੈਨੇਡਾ ਤੋਂ। 18 ਫਰਵਰੀ ਨੂੰ ਮੈਂ ਆਇਆ ਸੀਗਾ। ਹਾਂਜੀ ਸਰ, ਕਦੋਂ ਤੁਸੀਂ ਵਾਪਸ ਕਦੋਂ ਜਾਣਾ ਸੀ ਤੇ ਕਿੰਨੇ? ਮੈਂ ਮਾਰਚ 18 ਨੂੰ ਚੱਲ ਜਾਣਾ ਸੀ। ਉਸ ਤੋਂ ਬਾਅਦ ਕਿੰਨਾ ਕੁ ਟਾਈਮ ਦਾ 3 ਮਹੀਨੇ ਲੱਗ ਗਏ ਜੀ। ਹਾਂਜੀ। ਜਿਨ੍ਹਾਂ ਨੂੰ ਤੁਸੀਂ ਆਪਣੇ ਸਾਥੀ ਸੰਬੰਧੀਆਂ ਨੂੰ ਮਿਲਣ ਆਏ ਸੀ, ਮਿਲ ਸਕੇ ਸਹੀ ਤਰ੍ਹਾਂ? ਨਹੀਂ ਜੀ, ਮਿਲ ਨਹੀਂ ਸਕੇ। ਕਿਉਂ ਫਿਰ ਲੋਕਡਾਊਨ ਹੋ ਗਿਆ, ਉਹਦੇ ਕਰਕੇ ਨਾ ਕਿ ਅਸੀਂ ਵੀ ਕਿਤੇ ਜਾ ਨਹੀਂ ਸਕੇ, ਕੋਈ ਆ ਵੀ ਨਹੀਂ ਸਕਿਆ। ਅਸੀਂ ਚਾਹੁੰਦੇ ਵੀ ਨਹੀਂ ਸੀਗੇ ਕਿਉਂ ਐਵੇਂ ਕਿਸੇ ਨੂੰ ਪ੍ਰੋਬਲਮ ਆਵੇ ਜਾਂ ਕਿਸੇ ਤੋਂ ਸਾਨੂੰ ਆਵੇ, ਇਸ ਕਰਕੇ ਅਸੀਂ ਕਿਸੇ ਨੂੰ ਨਾ ਅਸੀਂ ਆਉਣ ਨੂੰ ਕਿਹਾ, ਨਾ ਅਸੀਂ ਕਿਤੇ ਬਾਹਰ ਗਏ। ਤੁਸੀਂ ਕਹਿੰਦੇ ਨੇ ਹੁਣ ਵਾਪਸ ਜਾ ਰਹੇ ਹੋ ਕੈਨੇਡਾ ਵੱਲ, ਫਲਾਈਟਾਂ ਵਗੈਰਾ ਪ੍ਰਬੰਧ ਕੀਤੇ ਗਏ ਤੁਹਾਡੇ ਉੱਤੇ? ਹਾਂਜੀ। ਕੀ ਕਹਿਣਾ ਚਾਹੁੰਦੇ ਹੋ ਤੁਸੀਂ ਉਹਨਾਂ ਨੂੰ? ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਉਹਨਾਂ ਨੇ ਬਹੁਤ ਗੁੱਡ ਕੀਤਾ ਹੈ ਜਿਹੜਾ ਆਪਣੇ ਵਾਸਤੇ ਇਹਦਾ ਪ੍ਰਬੰਧ ਕੀਤੇ ਆ, ਔਰ ਇੰਡੀਆ ਵਾਲਿਆਂ ਨੇ ਵੀ ਬਹੁਤ ਵਧੀਆ ਜਿੱਦਾਂ ਜਿਹੜਾ ਲਾਕਡਾਊਨ ਇਹਨਾਂ ਨੇ ਕੀਤਾ, ਅਸੀਂ ਕਹਿੰਦੇ ਕਿ ਬਹੁਤ ਵਧੀਆ ਕੀਤਾ। ਉਹਦੇ ਨਾਲ ਕਿ ਜਿੱਦਾਂ ਆਪਾਂ ਸੇਫ ਹੋ ਸਕੇ, ਔਰ ਬਾਕੀ ਸਾਰਿਆਂ ਨੂੰ ਜਿੱਦਾਂ ਆਪਾਂ ਇਹੀ ਕਹਿੰਦੇ ਹਾਂ ਕਿ ਸਾਰਿਆਂ ਨੂੰ ਚਾਹੀਦਾ ਹੈ ਕਿ ਆਪਣੇ ਘਰਾਂ ਵਿੱਚ ਰਹਿਣ, ਆਪਣਾ ਵੀ ਖਿਆਲ ਰੱਖਣ, ਆਪਣੇ ਮਾਪੇ ਦਾ ਖਿਆਲ ਰੱਖਣ, ਔਰ ਸਾਰੀ ਕਮਿਊਨਿਟੀ ਦਾ ਖਿਆਲ ਰੱਖਣ। ਤੇ ਮੈਸੇਜ ਕੀ ਦੇਣਾ ਚਾਹੁੰਦੇ ਹੋ ਇੰਡੀਆ ਦੇ ਲੋਕਾਂ ਨੂੰ? ਇੰਡੀਆ ਦੇ ਲੋਕਾਂ ਨੂੰ ਬਸ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਆਪਣੇ ਘਰਾਂ ਵਿੱਚ ਰਹਿਣ, ਔਰ ਜੋ ਵੀ ਗੌਰਮੈਂਟ ਕਹਿੰਦੀ ਆ ਉਹਨਾਂ ਦੀਆਂ ਹਦਾਇਤਾਂ ਦਾ ਖਿਆਲ ਰੱਖਣ, ਸੋਸ਼ਲ ਡਿਸਟੈਂਸ ਦਾ ਖਾਸ ਤੌਰ 'ਤੇ ਖਿਆਲ ਰੱਖਣ, ਮਾਸਕ ਵਗੈਰਾ ਪਾ ਕੇ ਆਪਣਾ ਐਨ ਜੋ ਵੀ ਸੈਨੀਟਾਈਜ਼ਰ ਵਗੈਰਾ ਨਾ ਲਾਉਣ। ਤੇ ਦਿੱਕਤ ਵਗੈਰਾ ਕੋਈ ਤੁਹਾਨੂੰ ਉੱਥੇ ਆਈ ਹੋਈ? ਨਹੀਂ ਵੀਰ ਜੀ, ਦਿੱਕਤ ਤਾਂ ਮਹਾਰਾਜ ਜੀ ਮੇਰੇ ਨਾਲ ਕੋਈ ਨਹੀਂ ਆਈ। ਫਰੀ ਚ ਆਏ ਸੀਗੇ। ਤੇ ਵਾਪਸੀ ਕਦੋਂ ਤੁਹਾਡੀ? ਸਾਡੀ 27 ਅਪ੍ਰੈਲ ਦੀ ਸੀ ਵਾਪਸੀ। ਤੇ ਲੋਕਡਾਊਨ ਕਾਰਨ ਕਿੰਨੀ ਦੇਰ ਬਾਅਦ ਜਾ ਰਹੇ ਹੋ ਵਾਪਸ ਹੁਣ? ਅਸੀਂ ਹੁਣ ਆਲਮੋਸਟ 1 ਮਹੀਨੇ ਬਾਅਦ ਜਾ ਰਹੇ ਹਾਂ। ਜਿਨ੍ਹਾਂ ਨੂੰ ਤੁਸੀਂ ਮਿਲਣ ਆਏ ਸੀ ਆਪਣੀ ਫੈਮਿਲੀ ਨੂੰ ਉੱਥੇ ਮਿਲ ਸਕੇ ਹੋ ਸਹੀ ਤਰ੍ਹਾਂ? ਨਹੀਂ, ਲੋਕਡਾਊਨ ਥੋੜਾ ਬਹੁਤ ਮਿਲ ਵੀ ਸਕੇ ਆ, ਪਰ ਜਿਹੜੇ ਜਿੱਦਾਂ ਮੇਨ ਨੂੰ ਮਿਲ ਲਿਆ, ਜਿਹੜੇ ਦੂਰ ਦੇ ਰਿਸ਼ਤੇਦਾਰ ਉਹ ਰਹਿ ਗਏ ਕਾਫੀ ਮਿਲਣ ਵਾਲੇ ਲੋਕਡਾਊਨ ਕਰਕੇ। ਤੇ ਮੁਸ਼ਕਿਲ ਕੋਈ ਆਈ ਹੋਏ ਤਾਂ ਇੰਡੀਆ ਦੇ? ਹਾਂਜੀ, ਕਾਫੀ ਮੁਸ਼ਕਿਲ ਆਈਆਂ। ਜਿੱਦਾਂ ਮੇਰੇ ਮੰਮੀ ਆਏ ਸੀ ਮੇਰੇ ਨਾਲ, ਪਰ ਉਹ ਸਿਟੀਜ਼ਨ ਨਹੀਂ ਹੈਗੇ, ਫਿਰ ਮੈਨੂੰ ਹੁਣ ਇਕੱਲੇ ਨੂੰ ਜਾਣਾ ਪੈਣ ਡਿਆ ਵਾਪਸ ਲੋਕਡਾਊਨ ਕਰਕੇ। ਨਹੀਂ ਤੇ ਆਪਾਂ ਇਕੱਠਿਆਂ ਨੇ ਜਾਣਾ ਸੀਗਾ, ਉਹ ਰਹਿ ਗਏ ਨੇ ਇੱਥੇ, ਹੁਣ ਮੈਂ ਸਿਰਫ ਇਕੱਲੀ ਜਾ ਰਹੀ ਹਾਂ ਵਾਪਸ। ਜਿਹੜੀ ਮੈਂ ਕੈਨੇਡਾ ਸਰਕਾਰ ਉਹ ਜਿਹੜੀ ਕਹਿੰਦੇ ਨੇ ਫਲਾਈਟਾਂ ਚਲਾਈਆਂ ਗਈਆਂ, ਕੀ ਕਹਿਣਾ ਚਾਹੁੰਦੇ ਤੁਸੀਂ? ਅਸੀਂ ਬਹੁਤ ਥੈਂਕ ਯੂ ਕਰਨਾ ਚਾਹੁੰਦੇ ਹਾਂ ਉਹਨਾਂ ਨਾਲ ਕਿ ਐਟਲੀਸਟ ਆਪਾਂ ਉੱਥੇ ਜਾ ਰਹੇ ਹਾਂ, ਕਿ ਮਤਲਬ ਉੱਥੇ ਜਿਹੜੀ ਫੈਮਿਲੀ ਉਹਨਾਂ ਵੱਲ ਧਿਆਨ ਰਹਿੰਦਾ, ਇੱਥੇ ਰਹਿੰਦੇ ਆ ਤੇ ਪਰ ਉੱਥੇ ਜਾ ਕੇ ਚਲੋ ਉਹਨਾਂ ਨੂੰ ਮਿਲਾਂਗੇ ਥੋੜ੍ਹਾ ਵਧੀਆ। ਮੈਨੂੰ ਹੋ ਗਏ 3 ਮਹੀਨੇ ਹੋ ਗਏ ਆਇਆ ਨੂੰ। ਹਾਂਜੀ। ਕਿੰਨੇ ਤੋਂ ਬਾਅਦ ਫਲਾਈਟ ਤੁਹਾਡੀ ਵਾਪਸੀ ਕਦੋਂ ਸੀ? ਮੇਰੀ ਵਾਪਸੀ ਵੈਸੇ 1 ਮਹੀਨੇ ਬਾਅਦ ਹੀ ਸੀਗੀ, ਪਰ ਲਾਕਡਾਊਨ ਕਰਕੇ ਮੈਨੂੰ 2 ਮਹੀਨੇ ਜ਼ਿਆਦਾ ਇੱਥੇ ਰਹਿਣਾ ਪਿਆ। ਹੁਣ ਸਪੈਸ਼ਲ ਫਲਾਈਟਸ ਚੱਲੀਆਂ ਨੇ, ਉਹਦੇ ਕਰਕੇ ਫਿਰ ਅਸੀਂ ਜਾ ਰਹੇ ਹਾਂ ਵਾਪਸ। ਤੇ ਜਿਹੜੇ ਤੁਹਾਨੂੰ ਕੋਈ ਜਿਨ੍ਹਾਂ ਨੂੰ ਮਿਲਣ ਆਏ ਸੀ ਤੁਸੀਂ ਆਪਣੇ? ਹਾਂਜੀ। ਰਿਸ਼ਤੇਦਾਰ ਮਿਲ ਸਕੇ ਸਹੀ ਤਰ੍ਹਾਂ? ਔਰ ਜ਼ਿਆਦਾਤਰ ਘਰ ਹੀ ਰਹੇ ਹਾਂ ਕਿਉਂਕਿ ਲਾਕਡਾਊਨ ਸੀਗਾ, ਬਟ ਪਹਿਲਾਂ ਥੋੜ੍ਹਾ ਬਹੁਤ ਮਿਲ ਲਿਆ ਸੀਗਾ। ਹਾਂਜੀ। ਜਿਹੜੀ ਸਰਕਾਰ ਵੱਲੋਂ ਕਹਿੰਦੇ ਨੇ ਫਲਾਈਟਾਂ ਵਗੈਰਾ ਚਲਾਈਆਂ ਜੀ। ਹਾਂਜੀ। ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬਹੁਤ ਵਧੀਆ ਕੀਤਾ ਆਈ ਥਿੰਕ, ਬਿਕੋਜ਼ ਇੰਡੀਅਨ ਗਵਰਨਮੈਂਟ ਨੇ ਜਿੱਦਾਂ ਬੰਦ ਕਰਤੀਆਂ ਸੀਗੀਆਂ ਫਲਾਈਟਸ, ਸੋ ਜਿਹੜੇ ਲੋਕ ਬਾਹਰ ਜਾਣਾ ਚਾਹੁੰਦੇ ਆ, ਜਿਹੜੇ ਸਾਰੇ ਪਰਿਵਾਰ ਇੱਥੇ ਆਏ ਹੋਏ ਆ, ਉਹਨਾਂ ਲਈ ਬਹੁਤ ਵਧੀਆ ਓਪਰਚੁਨਿਟੀ ਵਾਪਸ ਜਾਣ ਦੀ। ਤੁਹਾਨੂੰ ਦਿੱਕਤ ਕੋਈ ਵਗੈਰਾ ਆਈ ਹੋਈ ਹੈ? ਨਹੀਂ, ਕੁਝ ਖਾਸ ਦਿੱਕਤ ਨਹੀਂ।
ਹਾਂਜੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਕਰੋਨਾ ਵਾਇਰਸ ਜਿਹੜੀ ਮਹਾਮਾਰੀ ਫੈਲੀ ਹੋਈ? ਸੇਫ ਰਹੋ, ਆਪਣਾ ਵੀ ਮੂੰਹ ਢੱਕ ਕੇ ਰੱਖੋ, ਤੇ ਜਿਨ੍ਹਾਂ ਨੇ ਨਹੀਂ ਢੱਕੇ ਉਹਨਾਂ ਨੂੰ ਵੀ ਕਹੋ ਕਿ ਆਪਣੇ ਮਾਸਕ ਲਾ ਕੇ ਰੱਖਣ, ਐਂਡ ਬਸ ਆਪਣੀ ਸੇਫਟੀ ਆਪਣੇ ਹੱਥ 'ਚ ਆ। ਦੈਟਸ ਇਟ। ਮੈਂ ਟੋਰਾਂਟੋ ਤੋਂ ਆਇਆ ਸੀ, ਮੈਨੂੰ 3 ਮਹੀਨੇ ਹੋ ਗਏ ਨੇ, ਆਲਮੋਸਟ 3.5 ਮਹੀਨੇ ਹੋ ਗਏ। ਮੈਂ ਮਹੀਨੇ ਲਈ ਇੱਥੇ ਆਇਆ ਸੀ, ਪਰ ਇੱਥੇ ਆ ਕੇ ਕਰੋਨਾ ਦੀ ਪ੍ਰੋਬਲਮ ਖੜੀ ਹੋ ਗਈ, ਉਹਦੇ ਕਰਕੇ ਫਿਰ ਜਿੰਨੀਆਂ ਫਲਾਈਟਾਂ ਸਾਰੇ ਸ਼ਟ ਡਾਊਨ ਹੋ ਗਿਆ ਏਅਰਪੋਰਟ, ਤਾਂ ਮੈਨੂੰ ਇੱਥੇ ਸਟੇ ਕਰਨਾ ਪੈ ਗਿਆ। ਹੁਣ ਫਿਰ ਜਿਹੜੀਆਂ ਸਪੈਸ਼ਲ ਫਲਾਈਟਸ ਜਿਹੜੀਆਂ ਇੱਥੋਂ ਇਹਨਾਂ ਨੇ ਅਰੇਂਜ ਕੀਤੀਆਂ ਸੀ ਗਵਰਨਮੈਂਟ ਆਫ ਕੈਨੇਡਾ ਨੇ, ਉਹਦੇ ਵਿੱਚ ਮੇਰਾ ਨੰਬਰ ਲੱਗਾ ਅਤੇ ਹੁਣ ਮੈਂ ਜਾ ਰਿਹਾ। ਤੇ ਕੀ ਉਹਨਾਂ ਨੂੰ ਜਿਹੜੀ ਉਹਨਾਂ ਨੇ ਫਲਾਈਟ ਸਪੈਸ਼ਲ ਕੀਤੀ, ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ? ਮੇਰੇ ਖਿਆਲ ਨਾਲ ਜਿਹੜੀਆਂ ਗੱਲਾਂ ਇਹ ਬਾਹਰ ਕਰਦੇ ਨੇ ਉੱਦਾਂ ਦੀਆਂ ਗੱਲਾਂ ਇੱਥੇ ਹੈ ਨਹੀਂ ਆ। ਤੁਸੀਂ ਸਾਰਾ ਦੇਖ ਰਹੇ ਆ ਵੀ ਇੱਥੇ ਕੋਈ ਡਿਸਟੈਂਸਿੰਗ ਨਹੀਂ ਹੈ, ਫਿਰ ਕੋਈ ਪ੍ਰਬੰਧ ਨਹੀਂ ਹੈ, ਲੋਕ ਕਿਵੇਂ ਖੜੇ ਨੇ, ਛੋਟੇ ਛੋਟੇ ਬੱਚੇ ਨੇ, ਉਹ ਬੱਚੇ ਗਰਮੀ ਦੇ ਨਾਲ ਪਰੇਸ਼ਾਨ ਨੇ, ਉਹਨਾਂ ਦੀਆਂ ਲੇਡੀਜ਼ ਜਿਹੜੀਆਂ, ਨਾ ਇੱਥੇ ਖਾਣ ਦਾ ਕੋਈ ਪ੍ਰਬੰਧ ਹੈ, ਨਾ ਪਾਣੀ ਨੂੰ, ਬੱਚਿਆਂ ਨੂੰ ਪਾਣੀ ਵੀ ਪੀਣ ਲਈ ਨਹੀਂ ਹੈਗਾ। ਇੱਥੇ ਆਏ ਤੁਹਾਨੂੰ ਕਿੰਨੇ ਦੇਰ ਹੋ ਗਏ? ਮੈਨੂੰ ਇੰਡੀਆ ਵਿੱਚ ਆਇਆ ਨੂੰ ਇੱਥੇ ਏਅਰਪੋਰਟ ਆਇਆ ਮੈਨੂੰ ਆਇਆ ਨੂੰ ਇੱਥੇ ਆਲਮੋਸਟ 1.5 ਘੰਟਾ ਹੋ ਗਿਆ ਆ। ਹਾਲੇ ਮੇਰੀ ਲਾਈਨ ਦੇਖੋ ਕਿੰਨੀ ਲੰਬੀ ਆ, ਕਿੰਨਾ ਘੁੰਮ ਕੇ ਮੈਂ ਮੁੜ ਕੇ ਇੱਥੇ ਪਹੁੰਚਣਾ। ਕਿੰਨੀ ਕੁ ਪਰੇਸ਼ਾਨੀ ਤੁਹਾਨੂੰ ਮੈਂ ਦੇਖ ਨਹੀਂ ਪਾ ਰਹੀ, ਦਿੱਕਤ ਕਿੰਨੀ ਕੁ ਆ ਰਹੀ? ਦਿੱਕਤ ਤਾਂ ਭਾਜੀ ਦੇਖੋ, ਕਿੱਥੇ ਤਾਂ ਤੁਸੀਂ ਆਉਂਦੇ ਹੋ ਸਿੱਧਾ ਜਾ ਕੇ ਅੰਦਰ ਆਪਣੀ ਤੁਸੀਂ ਕਰਵਾਉਂਦੇ ਹੋ ਇਮੀਗ੍ਰੇਸ਼ਨ, ਤੇ ਅੰਦਰ ਚਲੇ ਜਾਂਦੇ ਆ। ਹੁਣ ਇੱਥੇ ਲਾਈਨ 'ਚ ਲੱਗੇ ਆ, ਹਾਲੇ ਅੰਦਰ ਜਿੱਥੇ ਜਾਣਾ ਆ ਉਹ ਖੱਜਲ ਖਰਾਬੀਆਂ ਸਾਰੀਆਂ ਖੜੀਆਂ ਨੇ। ਉਹਨਾਂ ਨੇ ਕਿਵੇਂ ਚੈੱਕ ਕਰਨਾ ਅੰਦਰੋਂ, ਡਾਕਟਰਾਂ ਨੇ ਕੀ ਕਹਿਣਾ ਕੀ ਨਹੀਂ ਕਹਿਣਾ, ਉਹ ਇੱਕ ਡਿਫਰੈਂਟ ਮੈਟਰ ਫਿਰ ਖੜਾ ਹੈ ਸਾਡੇ ਕੋਲ, ਹੈ ਨਾ। ਇਸ ਕਰਕੇ ਜਿੰਨੇ ਪੈਸੇ ਲੈ ਰਹੇ ਨੇ ਏਅਰਲਾਈਨ ਵਾਲੇ, ਉਸ ਤਰੀਕੇ ਨਾਲ ਕੋਈ ਫੈਸਿਲਿਟੀ ਕੋਈ ਦੇ ਨਹੀਂ ਰਹੇ ਹੈਗੇ। ਲੋਕਾਂ ਦੀ ਪਰੇਸ਼ਾਨੀ ਬਹੁਤ ਜ਼ਿਆਦਾ ਹੈ ਇੱਥੇ, ਉਹਦੇ ਕਰਕੇ ਆ ਸਾਰੇ ਲੋਕ ਜਿਹਨੂੰ ਤੁਸੀਂ ਪੁੱਛੋਗੇ ਹਰ ਬੰਦਾ ਆਪਣਾ ਦੁੱਖ ਲੈ ਕੇ ਖੜਾ ਹੈ ਨਾ ਜੀ। ਇਸ ਕਰਕੇ ਗਵਰਨਮੈਂਟ ਨੂੰ ਚਾਹੀਦਾ ਸੀ ਜੇ ਇੰਨੇ ਪੈਸੇ ਲੈਣੇ ਆ, ਵੀ ਪਹਿਲੀ ਗੱਲ ਤਾਂ ਫਲਾਈਟ ਨੂੰ ਜਦੋਂ ਇੱਥੋਂ ਲੈ ਕੇ ਜਾਂਦੇ ਨੇ ਇਹਨਾਂ ਨੇ ਦੋਹਾ ਲੈ ਕੇ ਜਾਣਾ, ਹੁਣ ਉੱਥੇ ਜਾ ਕੇ ਕਿਹੜੀਆਂ ਪਰੇਸ਼ਾਨੀਆਂ ਆਉਣੀਆਂ ਹਾਲੇ ਕਿਸੇ ਨੂੰ ਕੁਝ ਨਹੀਂ ਪਤਾ ਹੈ। ਫਿਰ ਉਸ ਤੋਂ ਬਾਅਦ ਟੋਰਾਂਟੋ ਜਾਣਾ ਇਹਨਾਂ ਨੇ, ਅਤੇ ਜੇ 3000 ਨੀਅਰ ਅਬਾਊਟ $3000 ਇਹਨਾਂ ਨੇ ਲੈਣਾ ਆ, ਤਾਂ ਫਿਰ ਕਿਉਂ ਨਹੀਂ ਇੱਥੋਂ ਸਿੱਧੀ ਫਲਾਈਟ ਦਾ ਅਰੇਂਜ ਕਰਕੇ ਸਿੱਧਾ ਟੋਰਾਂਟੋ ਲੈ ਕੇ ਜਾਂਦੇ, ਪਰ ਇੱਦਾਂ ਨਹੀਂ ਕਰ ਰਹੇ ਹੈਗੇ। ਇਹ ਸਾਰੀਆਂ ਪਰੇਸ਼ਾਨੀਆਂ ਦੇ ਵਿੱਚ ਹੀ ਸ਼ਾਮਲ ਹੈਗਾ। ਤੇ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਇੰਡੀਆ ਲੋਕਾਂ ਨੂੰ? ਇੰਡੀਆ ਦੇ ਲੋਕਾਂ ਨੂੰ ਮੈਂ ਹੁਣ ਕੀ ਮੈਸੇਜ ਦੇ ਸਕਦਾ, ਕਿਉਂਕਿ ਮੈਂ ਤਾਂ ਆਪ ਪਰੇਸ਼ਾਨੀ ਦੇ ਵਿੱਚੋਂ ਲੰਘ ਰਿਹਾ ਨਾ। ਮੇਰੇ ਵਰਗੇ ਹਜ਼ਾਰਾਂ ਹੀ, ਦੇਖੋ ਕਰੋਨਾ ਮਹਾਮਾਰੀ ਕਿਸੇ ਬੰਦੇ ਦੀ ਦੇਣ ਤਾਂ ਹੈ ਨਹੀਂ, ਕੁਦਰਤ ਦੀ ਮਾਰ ਆ, ਇਹ ਸਾਰਿਆਂ ਦੇ ਉੱਪਰ ਪੈ ਰਹੀ ਆ, ਹਰ ਦੇਸ਼ ਚੱਲ ਰਿਹਾ ਆ, ਉਹਦੇ ਵਿੱਚ ਇੰਡੀਆ ਵੀ ਆ, ਕੈਨੇਡਾ ਵੀ ਆ ਨਾ, ਸਾਰੇ ਦੇਸ਼ ਦੇ ਲੋਕ ਨੇ। ਤਾਂ ਜਿੱਦਾਂ ਗਵਰਨਮੈਂਟ ਕਹਿੰਦੀ ਆ, ਜਿੱਦਾਂ ਉਹਨਾਂ ਦੇ ਡਾਕਟਰੀ ਦੀਆਂ ਇੰਸਟਰਕਸ਼ਨਸ ਨੇ, ਉਸ ਤਰੀਕੇ ਨਾਲ ਲੋਕਾਂ ਨੂੰ ਚਾਹੀਦਾ ਕਿ ਆਪਣਾ ਡਿਸਟੈਂਸਿੰਗ ਰੱਖਣ, ਨਾ ਕਿਸੇ ਨੂੰ ਮਿਲਣ, ਅਵੋਇਡ ਕਰਨ ਕਿਸੇ ਨੂੰ ਮਿਲਣਾ, ਜਿੱਥੇ ਜਾ ਸਕਦੇ ਆ ਉੱਥੇ ਪਰਮਿਸ਼ਨ ਨਾਲ ਜਾਣ। ਜਿਵੇਂ ਹੁਣ ਸਾਨੂੰ ਅਲਾਓ ਹੋਇਆ ਜਾਣ ਦੇ ਲਈ, ਅਸੀਂ ਘਰੋਂ ਨਿਕਲ ਕੇ ਆਏ ਆ ਅਤੇ ਜਾ ਰਹੇ ਹਾਂ। ਤਾਂ ਹੁਣ ਜੇ ਕੋਈ ਬੰਦਾ ਕਵੇ, ਪਹਿਲੀ ਵਾਰੀ ਇੱਦਾਂ ਵੀ ਹੋਇਆ ਸੀ ਕਿ ਲੋਕ ਆਉਂਦੇ ਸੀ, ਆ ਕੇ ਏਅਰਪੋਰਟ 'ਤੇ ਬੈਠ ਜਾਂਦੇ ਸੀ, ਜਿੱਦਾਂ ਬੱਸਾਂ ਜਾਂਦੀਆਂ ਉਸ ਤਰੀਕੇ ਨਾਲ ਆਉਂਦੇ ਸੀ, ਸ਼ਾਇਦ ਟਿਕਟ ਮਿਲ ਜਾਣੀ ਤੇ ਚਲੇ ਜਾਵਾਂਗੇ। ਲੁਧਿਆਣਾ ਦੇ ਥਾਣਾ ਬਸਤੀ ਜੋਧੇਵਾਲ ਦੀ ਇੰਚਾਰਜ ਜਸਪ੍ਰੀਤ ਕੌਰ ਗਰੇਵਾਲ ਵੱਲੋਂ ਕਰੋਨਾ ਵਾਇਰਸ ਖਿਲਾਫ ਜੰਗ ਜਿੱਤਣ ਤੋਂ ਬਾਅਦ ਅੱਜ ਮੁੜ ਤੋਂ ਥਾਣਾ ਬਸਤੀ ਜੋਧੇਵਾਲ ਦਾ ਚਾਰਜ ਸੰਭਾਲਿਆ ਗਿਆ। ਹਰਪ੍ਰੀਤ ਦਾ ਥਾਣੇ ਦੇ ਸਟਾਫ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਅਤੇ ਉਹਨਾਂ ਦੇ ਸਨਮਾਨ ਵਿੱਚ ਫੁੱਲਾਂ ਦਾ ਕਾਰਪੇਟ ਵੀ ਵਿਛਾਇਆ ਗਿਆ। ਮੈਂ ਤਾਂ ਕਹਿਣ ਨੂੰ ਤਾਂ ਮੇਰੇ ਕੋਲ ਬਹੁਤ ਕੁਛ ਹੈ ਰਾਈਟ ਨਾਓ, ਲਾਈਕ ਵਿਕਟਰੀ ਹੈਵ ਮੈਨੀ ਫਾਦਰ। ਸੋ ਮੈਂ ਪਹਿਲਾਂ ਤਾਂ ਥੈਂਕਸ ਕਰਦੀ ਹਾਂ ਸਾਰਿਆਂ ਦਾ ਇੱਥੇ ਆਉਣ 'ਤੇ ਮੇਰਾ ਇੰਨਾ ਵੈਲਕਮ ਕੀਤਾ ਗਿਆ, ਐਂਡ ਠੀਕ ਹੋ ਕੇ ਮੈਂ ਦੁਬਾਰਾ ਵਾਪਸ ਆਈ ਹਾਂ ਅਤੇ ਆਈ ਵਿਲ ਹੋਰ ਜ਼ਿਆਦਾ ਐਂਥੂਸੀਆਜ਼ਮ ਨਾਲ ਮੈਂ ਡਿਊਟੀ ਕਰਾਂਗੀ। ਕੀ ਕਹਿਣਾ ਚਾਹੁੰਦੇ ਤੁਸੀਂ ਆਮ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ? ਆਮ ਲੋਕਾਂ ਨੂੰ ਕੀ ਕਹਿਣਾ ਚਾਹੁੰਦੀ, ਆਮ ਲੋਕਾਂ ਨੂੰ ਇਹੀ ਕਹੂੰਗੀ ਵੀ ਜੇ ਐਮਰਜੈਂਸੀ ਹੈ ਪਲੀਜ਼ ਤਾਂ ਹੀ ਬਾਹਰ ਨਿਕਲੋ। ਫਨੀ ਨਹੀਂ ਹੈਗਾ, ਮਜ਼ਾਕ ਨਹੀਂ ਹੈਗਾ। 22 ਦਿਨ ਆਈਸੋਲੇਸ਼ਨ 'ਚ ਕੱਟਣੇ ਬਹੁਤ ਔਖੇ ਨੇ। ਪਲੀਜ਼ ਘਰਾਂ 'ਚ ਰਹੋ, ਸਟੇ ਹੋਮ, ਸਟੇ ਸੇਫ। ਆਪਣੇ ਜੇ ਬਾਹਰ ਵੀ ਨਿਕਲ ਜਾਓ ਤਾਂ ਆਪਣੇ ਪ੍ਰੀਕਾਸ਼ਨਰੀ ਮੇਜਰ ਸਾਰੇ ਪਾ ਕੇ ਜਾਓ, ਮਾਸਕ ਵਗੈਰਾ ਸਾਰਾ ਕੁਝ, ਅਤੇ ਆਪਣਾ ਸੇਫ ਰਹੋ, ਆਪਣੀ ਸਿਹਤ ਦਾ ਖਿਆਲ ਰੱਖੋ। ਹੋਰ ਪੁੱਛਣਾ ਚਾਹੁੰਦਾ ਵੀ ਜਿਵੇਂ ਕਿ ਇੱਕ ਪਟਿਆਲਾ ਦੇ ਵਿੱਚ ਹਰਜੀਤ ਸਿੰਘ ਦੇ ਹੱਥ ਕੱਟਿਆ ਗਿਆ ਸੀ, ਉਸ ਤੋਂ ਬਾਅਦ ਉਹਨਾਂ ਨੂੰ ਹੱਥ ਜੁੜ ਗਿਆ, ਉਸ ਤੋਂ ਬਾਅਦ ਉਹਨਾਂ ਦੀ ਤਰੱਕੀ ਵੀ ਦਿੱਤੀ ਗਈ ਹੈ। ਤੁਸੀਂ ਇੱਕ ਕਰੋਨਾ ਨੂੰ ਜਿੱਤ ਪ੍ਰਾਪਤ ਕਰਕੇ ਆਏ ਆ, ਇਹਦੇ ਬਾਰੇ ਨਹੀਂ, ਆਈ ਡੋਂਟ ਥਿੰਕ ਸੋ ਆਈ ਸ਼ੁਡ ਕਮੈਂਟ ਔਨ ਦਿਸ ਥਿੰਗ। ਗਵਰਨਮੈਂਟ ਇਜ਼ ਸਿਟਿੰਗ ਦੇयर, ਡੀਜੀ ਸਾਹਿਬ ਨੇ ਮੇਰਾ ਆਲਰੇਡੀ ਬਹੁਤ ਕੀਤਾ ਹੈ, ਸੀਪੀ ਸਾਹਿਬ ਨੇ ਬਹੁਤ ਜ਼ਿਆਦਾ ਕੀਤਾ ਹੈ। ਸੋ ਆਈ ਐਮ ਹੈਪੀ ਵਿਦ ਜਿੰਨਾ ਉਹਨਾਂ ਨੇ ਮੈਨੂੰ ਸਪੋਰਟ ਕੀਤਾ ਹੈ ਡਿਊਰਿੰਗ ਦਿਸ ਵਾਰ ਅਗੇਂਸਟ COVID-19। ਲਾਈਕ ਐਵਰੀ ਡੇ ਆਈ ਮਤਲਬ ਉਹਨਾਂ ਨੇ ਮੇਰਾ ਹਾਲ ਚਾਲ ਪੁੱਛਣਾ ਹੈ, ਦੇ ਯੂਜ਼ ਟੂ ਆਸਕ ਇਫ ਆਈ ਨੀਡ ਐਨੀਥਿੰਗ ਇਨ ਦਾ ਹਸਪੀਟਲ ਵੀ, ਅਤੇ ਸਾਰਾ ਕੁਝ। ਸੋ ਆਈ ਐਮ ਹੈਪੀ। ਮੈਡਮ ਤੁਸੀਂ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਨ੍ਹਾਂ ਲੋਕਾਂ ਨੇ ਤੁਹਾਡੀ ਸਿਹਤ ਦੀ ਤੰਦਰੁਸਤੀ ਵਾਸਤੇ? ਮੈਂ ਉਹਨਾਂ ਲਈ ਤਾਂ ਮੈਂ ਜਿੰਨਾ ਥੈਂਕਸ ਕਵਾਂ ਉਹਨਾਂ ਥੋੜ੍ਹਾ, ਬਿਕਾਜ਼ ਆਈ ਗੋਟ ਟੂ ਨੋ ਈਵਨ ਜੋਧੇਵਾਲ ਏਰੀਆ 'ਚੋਂ ਕਾਫੀ ਲੋਕਾਂ ਦੀਆਂ ਪ੍ਰੇਅਰਸ ਸੀਗੀਆਂ ਜਿਹੜਾ ਮੈਂ ਵਾਪਸ ਆ ਗਈ। ਸ਼ਾਇਦ ਜੇ ਇੰਨੀਆਂ ਪ੍ਰੇਅਰਸ ਨਾ ਹੁੰਦੀਆਂ ਸ਼ਾਇਦ ਨਾ ਵਾਪਸੀ ਹੁੰਦੀ। ਸੋ ਸਾਰਿਆਂ ਨੂੰ ਬਹੁਤ ਥੈਂਕਸ। ਮੈਂ ਟਾਈਮ ਕੱਢ ਕੇ ਮੇਰੀ ਬਲੇਸਿੰਗਸ ਕੀਤੀ, ਵਿਸ਼ੇਸ ਦਿੱਤੀਆਂ ਮੈਨੂੰ। ਥੈਂਕ ਯੂ ਸਰ। ਮਾਨਯੋਗ ਸਾਡੇ DGP ਸਾਹਿਬ, ਮੁੱਖ ਮੰਤਰੀ ਪੰਜਾਬ, ਜਿਨ੍ਹਾਂ ਨੇ ਸਾਡੇ SHO
ਮਾਨਯੋਗ ਮੈਡਮ ਅਰਸ਼ਪ੍ਰੀਤ ਕੌਰ ਜੀ ਨੂੰ ਇੱਕ ਜਿਹੜਾ ਫਿਜ਼ੀਕਲੀ ਤੌਰ ਤੇ ਲਾਈਵ ਹੋ ਕੇ ਉਹਨਾਂ ਨੇ ਸੁਨੇਹਾ ਦਿੱਤਾ, ਉਹਦਾ ਬਹੁਤ ਹੀ ਵਧੀਆ ਪੋਜ਼ਿਟਿਵ ਅਸਰ ਸਾਡੇ ਮੈਡਮ ਦੀ ਸਿਹਤ ਤੇ ਹੋਇਆ। ਔਰ ਜਿਹੜੇ ਸਾਡੇ ਸੀਨੀਅਰ ਅਫਸਰ ਸਹਿਬਾਨ, ਅੱਜ ਤੱਕ ਪੰਜਾਬ ਪੁਲਿਸ ਨੇ ਕਦੀ ਵੀ ਹਾਰ ਨਹੀਂ ਮੰਨੀ, ਉਸ ਦੀ ਮਿਸਾਲ ਹੀ ਸਾਡੇ ਅੱਜ ਮੈਡਮ ਅਰਸ਼ਪ੍ਰੀਤ ਕੌਰ ਨੇ। ਚਾਹੇ ਉਹ ਅੱਤਵਾਦ ਦੀ ਜੰਗ ਸੀ, ਚਾਹੇ ਕਰੋਨਾ ਦੀ ਜੰਗ ਆ, ਪੰਜਾਬ ਪੁਲਿਸ ਨੂੰ ਦੁਨੀਆ ਵਰਲਡ ਵੀਟੋ ਪਾਵਰ ਮੰਨਦੀ ਆ ਕਿ ਦੁਨੀਆ ਦੇ ਵਿੱਚ ਜਿਹੜੀ ਪੰਜਾਬ ਪੁਲਿਸ ਆ ਉਹਦੇ ਵਿੱਚ ਬਹੁਤ ਹੀ ਵੀਟੋ ਪਾਵਰ ਆ, ਫਿਜ਼ੀਕਲੀ ਪਾਵਰ ਆ। ਔਰ ਅਸੀਂ ਪ੍ਰਮਾਤਮਾ ਦਾ ਸ਼ੁਕਰ ਅਦਾ ਕਰਦੇ ਹਾਂ ਕਿ ਜਿਹੜੇ ਸਾਡੇ ਮੈਡਮ ਅਰਸ਼ਪ੍ਰੀਤ ਕੌਰ ਜੀ, ਸਾਡੇ ਸੁਖਦੇਵ ਸਿੰਘ ਜੀ, ਜਿਹੜੇ ਸਾਡੇ ਇਹ ਡਰਾਈਵਰ ਸਾਹਿਬ ਸੀਗੇ, ਔਰ ਉਹ ਕਰੋਨਾ ਦੀ ਜੰਗ ਜਿੱਤ ਕੇ ਆਏ ਨੇ। ਅਸੀਂ ਪ੍ਰਮਾਤਮਾ ਦਾ ਸ਼ੁਕਰ ਅਦਾ ਕਰਦੇ ਹਾਂ। ਔਰ ਅਸੀਂ ਇਸ ਦੇ ਨਾਲੇ ਮੈਂ ਮਾਨਯੋਗ ਸਾਡੇ ACP ਸਾਹਿਬ ਸ਼੍ਰੀ ਕੋਹਲੀ ਸਾਹਿਬ ਜੀ ਨੂੰ ਵੀ ਯਾਦ ਕਰਦਾ, ਜੋ ਸਾਨੂੰ ਸਦੀਵੀ ਵਿਛੋੜਾ ਦੇ ਗਏ, ਪਰ ਉਹਨਾਂ ਦੇ ਜੋ ਸਾਡੇ ਵਾਸਤੇ ਸੁਨੇਹੇ ਸਨ, ਜੋ ਉਹਨਾਂ ਦੇ ਕਾਰਜ ਸੀਗੇ, ਅਸੀਂ ਉਹ ਮੈਡਮ ਜੀ ਅਰਸ਼ਪ੍ਰੀਤ ਕੌਰ ਜੀ ਦੇ ਨਾਲ ਜੋ ਸਾਡੇ ਸਮਾਜ ਨੂੰ ਨਸ਼ਾ ਰਹਿਤ ਕਰਨ ਬਾਰੇ, ਲੁੱਟਾਂ ਖੋਹਾਂ ਕਰਨ ਵਾਲੇ ਜਿਹੜੇ ਸਾਡੇ ਮਾੜੇ ਅਨਸਰ ਨੇ, ਉਹਨਾਂ ਨੂੰ ਕਾਬੂ ਕਰਨ ਵਾਸਤੇ ਅਸੀਂ ਇੱਕ ਨਵੀਂ ਲਹਿਰ ਦੇ ਨਾਲ, ਨਵੇਂ ਜੋਸ਼ ਦੇ ਨਾਲ ਅਸੀਂ ਮੈਡਮ ਅਰਸ਼ਪ੍ਰੀਤ ਕੌਰ ਜੀ ਦੇ ਜਿਹੜੇ ਸੁਪਰਵਿਜ਼ਨ ਦੇ ਵਿੱਚ ਕੰਮ ਕਰਾਂਗੇ। ਔਰ ਮੈਨੂੰ ਆਸ ਆ ਕਿ ਇਹ ਜਿਹੜੇ ਸਾਡੇ ਮੈਡਮ ਅਰਸ਼ਪ੍ਰੀਤ ਕੌਰ ਨੇ, ਇਹ ਹੁਣ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰਕੇ ਤੁਹਾਡੇ ਸੱਜਣਾਂ ਦੇ ਸਹਿਯੋਗ ਨਾਲ, ਪੂਰੇ ਸਮਾਜ ਦੇ ਸਹਿਯੋਗ ਨਾਲ, ਜੋ ਅੱਜ ਮਾਣ ਸਤਿਕਾਰ ਸਾਡੇ ਮੈਡਮ ਜੀ ਨੂੰ ਇਲਾਕਾ ਸਾਡੇ ਮੋਹਤਵਰ ਸੱਜਣਾਂ ਨੇ ਦਿੱਤਾ, ਸੀ ਉਹਦਾ ਵੀ ਧੰਨਵਾਦ ਕਰਦੇ ਹਾਂ। ਔਰ ਪੰਜਾਬ ਪੁਲਿਸ ਦੀ ਜਿਹੜੀ ਆ ਛਵੀ ਆ, ਉਹ ਹੋਰ ਦੁਗਣੀ ਦਿਨ ਰਾਤ ਚੌਗੁਣੀ ਤਰੱਕੀ ਕਰੇਗੀ। ਧੰਨਵਾਦ। ਜਾਂਦੇ ਜਾਂਦੇ ਇੱਕ ਵਾਰੀ ਫਿਰ ਰੁਕ ਕਰਦੇ ਹਾਂ ਉਸ ਦੀਆਂ ਸੁਰਖੀਆਂ ਵੱਲ। ਗੁਰਦਾਸ ਬਾਦਲ ਦੀ ਅੰਤਿਮ ਅਰਦਾਸ ਤੇ ਪਹੁੰਚਿਆ ਬਾਦਲ ਪਰਿਵਾਰ, ਮਨਪ੍ਰੀਤ ਬਾਦਲ ਹੋਏ ਭਾਵੁਕ। ਲੋਕ ਇਨਸਾਫ ਪਾਰਟੀ ਨੇ DC ਦਫ਼ਤਰ ਅੱਗੇ ਕੀਤਾ ਰੋਸ ਪ੍ਰਦਰਸ਼ਨ, ਆਪਣੇ ਖੂਨ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਲਿਖਿਆ ਮੰਗ ਪੱਤਰ। ਲੁਧਿਆਣਾ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਲਾਇਆ ਧਰਨਾ, ਡਾਕਟਰਾਂ ਦਾ ਕਹਿਣਾ ਸਰਕਾਰ ਉਹਨਾਂ ਦੀ ਜਾਨ ਅਤੇ ਪਰਿਵਾਰ ਨਾਲ ਕਰ ਰਹੀ ਹੈ ਖਿਲਵਾੜ। ਅੰਮ੍ਰਿਤਸਰ 'ਚ ਨਿੱਜੀ ਬੈਂਕ 'ਚ ਲੁਟੇਰਿਆਂ ਨੇ ਕੀਤੀ ਲੁੱਟ, ਪਿਸਟਲ ਦੀ ਨੋਕ ਤੇ 10,92,000 ਦੀ ਨਕਦੀ ਲੈ ਕੇ ਹੋਏ ਫਰਾਰ। ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। Ashoka Tandoori Range. Enjoy the Indian taste.